ਨਾਨਕ ਹੋਸੀ ਭੀ ਸਚ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੂੰ ਮੇਰਾ ਰਾਖਾ ਸਭ ਨਿਥਾਈ। ਤਾ ਭਉ ਕਿਹਾ ਕਾੜਾ ਜੀਓ। ਤੁਮਰੀ ਸਰਣ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ। ਰੱਖੋ ਰੱਖਨਹਾਰ ਦਇਆਲਾ। ਨਾਨਕ ਘਰ ਕੇ ਗੋਲੇ। ਜਿਉ ਭਾਵੈ ਤਿਉ ਰਾਖ ਲੈ। ਹਮ ਸਰਣ ਪ੍ਰਭ ਆਏ RAM ਰਾਜੇ। ਹਮ ਭੂਲ ਵਿਗਾੜ ਹੈ ਦਿਨ ਸਰਾਤ। ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ। ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ। ਹਰ ਪੈਜ ਰਖਾਏ। ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਹਮ ਚਾਕਰ ਗੋਬਿੰਦ ਕੇ। ਠਾਕੁਰ ਮੇਰਾ ਭਾਰਾ। ਕਰਨ ਕਰਾਵਨ ਸਗਲ ਬੇਦ। ਸੋ ਸਤਿਗੁਰੂ ਹਮਾਰਾ। ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਸਤਿ
ਸਗਲ ਧਰਮ ਹਰ ਕੀ ਗੁਣ ਗਾਵਾਂ। ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਸਗਲ ਸੁਖ ਜਪ ਏਕੈ ਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰਨ ਲਈ ਹੋਰ ਵੀ ਕੋਈ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਭਲੇ ਪੁਰਸ਼ਾਂ ਦੀ, ਸਾਧੂ ਜਨਾਂ ਦੀ ਸੰਗਤ ਦਾ ਪਰਮ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਦਰਸਾ ਰਹੇ ਹਨ। ਕੈਸਾ ਉਹਨਾਂ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਜੀਵਨ ਹੈ। ਜਗਤ ਅੰਦਰ ਤਮਾਮ ਦੁਨੀਆ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਸਾਧਨ ਸਾਧਦੇ ਹੈ, ਪਰ ਵਾਹਿਗੁਰੂ ਦੇ ਪਿਆਰੇ ਕੇਵਲ ਇੱਕ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਦੇ ਹਨ। ਕਿਉਂਕਿ ਜਿੰਨੇ ਵੀ ਸੰਸਾਰ ਦੇ ਸਾਧਨ ਹਨ, ਜਿੰਨਾ ਚਿਰ ਪ੍ਰਮਾਤਮਾ ਦਾ ਸਿਮਰਨ ਨਾ ਕੀਤਾ ਜਾਵੇ, ਵਾਹਿਗੁਰੂ ਦੇ ਨਾਮ ਦੀ ਸਾਧਨਾ ਨਾ ਜੀਵਨ ਦੇ ਕੀਤੀ ਜਾਵੇ, ਦੁਨੀਆ ਦੇ ਸਾਰੇ ਕੀਤੇ ਹੋਏ ਸਾਧਨ ਵਿਅਰਥ ਚਲੇ ਜਾਂਦੇ ਹਨ। ਇਉਂ ਕਹਿ ਲਈਏ ਕਿ ਜਿਵੇਂ ਸਿਫਰਾਂ ਜਿੰਨੀਆਂ ਮਰਜ਼ੀ ਲਿਖੀਆਂ ਜਾਣ, ਏਕੇ ਤੋਂ ਬਿਨਾਂ ਕਿਸੇ ਵੀ ਸਿਫਰ ਦਾ, ਕਿਸੇ ਜ਼ੀਰੋ ਦਾ ਮੁੱਲ ਨਹੀਂ ਪੈਂਦਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜਿੰਨੇ ਵੀ ਹੋਰ ਦੁਨੀਆ ਦੇ ਸਾਧਨ ਹਨ, ਮਹਾਰਾਜ ਕਹਿੰਦੇ ਸਭ ਸਿਫਰਾਂ ਦੀ ਤਰ੍ਹਾਂ ਹੈ। ਜੇ ਇੱਕ ਪ੍ਰਮਾਤਮਾ ਦੇ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੀ ਸਾਧਨਾ ਕੀਤੀ ਜਾਂਦੀ ਹੈ, ਤਾਂ ਫਿਰ ਹੋਰ ਜਿੰਨੇ ਵੀ ਦੁਨੀਆ ਦੇ ਸਾਧਨ ਉਹ ਸੁਭਾਵਿਕ ਹੀ ਸਫਲ ਹੋ ਜਾਂਦੇ ਹਨ। ਮਹਾਰਾਜ ਜੀ ਦਾ ਪਾਵਨ ਫਰਮਾਨ ਗੁਰਬਾਣੀ ਅੰਦਰ ਆਉਂਦਾ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ। ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਉਚਾਰਨ ਕਰਨ ਵਾਲੇ ਗੁਰਮੁਖਾਂ ਦੇ ਸਭ ਕਮਾਏ ਹੋਏ ਕਰਮ ਧਰਮ ਸਫਲੇ ਹੋ ਜਾਂਦੇ ਹਨ। ਬਹੁਤੇ ਦੁਨੀਆ ਦੇ ਸਾਧਨਾ ਕਰਨ ਦੀ ਲੋੜ ਵੀ ਨਹੀਂ ਪੈਂਦੀ। ਹਾਂ, ਜੇ ਹੋਰ ਦੁਨੀਆ ਦੇ ਸਾਧਨ ਕਰਦਾ ਹੈ, ਫਿਰ ਤਾਂ ਪਤਾ ਨਹੀਂ ਹੋਰ ਕਿੰਨੇ ਕਿੰਨੇ ਨਾਲ ਸਾਧਨ ਕਰਨੇ ਪੈਂਦੇ ਹਨ। ਪਰ ਜੇ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਦਾ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ, ਭਜਨ ਬੰਦਗੀ ਕਰਦਾ ਹੈ, ਫਿਰ ਹੋਰ ਸੰਸਾਰ ਦੇ ਕਰਮ ਕਾਂਡਾਂ ਵਿੱਚ, ਸੰਸਾਰ ਦੇ ਵਹਿਮਾਂ ਭਰਮਾਂ ਵਿੱਚ ਪੈ ਕੇ ਤਪ ਸਾਧਨਾ ਆਦਿਕ ਹੋਰ ਦੁਨੀਆ ਦੇ ਸਾਧਨ ਕਰਨੇ ਦੀ ਫਿਰ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ।
ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾ। ਸਗਲ ਸੁਖ ਜਪ ਏਕੈ ਨਾਮ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ ਹਨ। ਹੇ ਪ੍ਰਾਣਾ ਧਾਰੀ ਜੀਵ, ਸਾਰੇ ਸੁੱਖ ਇੱਕ ਪਰਮਾਤਮਾ ਦੇ ਨਾਮ ਵਿੱਚ ਹਨ। ਦੁਨੀਆ ਦੀਆਂ ਲੋਕ ਪਰਲੋਕ ਦੀਆਂ ਵਡਿਆਈਆਂ, ਮਾਣ ਸਤਿਕਾਰ ਸਭ ਦਾਤਾਂ ਪਰਮਾਤਮਾ ਦੇ ਭਜਨ ਵਿੱਚ, ਵਾਹਿਗੁਰੂ ਦੇ ਨਾਮ ਦੇ ਵਿੱਚ ਹਨ। ਹਰ ਕੋਈ ਮਨੁੱਖ ਜੇ ਕੋਈ ਸਾਧਨਾ ਕਰਦਾ, ਇਹੋ ਮਨ ਵਿੱਚ ਤਮੰਨਾ ਲੈ ਕੇ ਕਰਦਾ ਕਿ ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਪਰ ਤੱਕ ਵੀ ਕੋਈ ਮਨੁੱਖ ਜ਼ਿੰਦਗੀ ਵਿੱਚ ਕੋਈ ਘਾਲਣਾ ਘਾਲਦਾ ਹੈ, ਕੋਈ ਮਸ਼ੱਕਤ ਕਰਦਾ, ਮਿਹਨਤ ਕਰਦਾ, ਉਹਦੇ ਪਿੱਛੇ ਸਾਧ ਸੰਗਤ ਜੀ ਇਹੋ ਭਾਵ ਹੁੰਦਾ ਕਿ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹਦਾ ਸੁੱਖ ਮਿਲੇਗਾ। ਕੋਈ ਵੀ ਦੁਨੀਆ ਦਾ ਕੰਮ ਕਰਦਾ, ਮਨ ਦੇ ਵਿੱਚ ਕੋਈ ਨਾ ਕੋਈ ਇੱਛਾ ਲੈ ਕੇ, ਤਮੰਨਾ ਲੈ ਕੇ ਇਹੋ ਕਰਦਾ। ਇਹ ਮਨ ਦੇ ਵਿੱਚ ਭਾਵਨਾ ਬਣਾ ਕੇ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਤੋਂ ਮੈਨੂੰ ਇਹ ਸੁੱਖ ਮਿਲੇਗਾ, ਇਹ ਮੈਂ ਮਿਹਨਤ ਕਰਾਂਗਾ, ਇਹ ਮੈਂ ਗੁਣ ਦੇ ਵਿੱਚ ਤਰੱਕੀ ਕਰਾਂਗਾ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਇਹਦੇ ਤੋਂ ਇਹ ਲਾਭ, ਇਹ ਸੁੱਖ ਪ੍ਰਾਪਤ ਹੋਵੇਗਾ। ਕੋਈ ਵੀ ਦੁਨੀਆ ਦਾ ਪ੍ਰਤੱਖ ਸਾਧ ਸੰਗਤ ਆਪਣੀ ਜ਼ਿੰਦਗੀ ਦਾ ਵਿਵਹਾਰਕ ਕਾਰਜ ਭਾਵੇਂ ਲੈ ਲਓ, ਇਸੇ ਤਰ੍ਹਾਂ ਪਰਮਾਰਥਿਕ ਰਸਤੇ ਤੇ ਇਸ ਕਾਰਜ ਦੇ ਵਿੱਚ ਵੀ ਮਨੁੱਖ ਮਨ ਵਿੱਚ ਸੁੱਖ ਲੋਚ ਕਰਕੇ ਹੀ ਦੁਨੀਆ ਦੇ ਸਾਧਨਾ ਵਿੱਚ ਪੈ ਜਾਂਦਾ। ਪਰ ਜਦੋਂ ਤੱਕ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਉਦੋਂ ਤੱਕ ਆਤਮਿਕ ਸੁੱਖ ਦੀ ਕਦੇ ਵੀ ਪ੍ਰਾਪਤੀ ਨਹੀਂ ਕਰ ਸਕਦਾ। ਮਨ ਵਿੱਚ ਇਹੋ ਹੀ ਭਾਵਨਾ ਹੁੰਦੀ ਹੈ ਕਿ ਲੰਬੇਰਾ ਸਮਾਂ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ, ਬਹੁਤੇ ਸੁੱਖਾਂ ਨੂੰ ਮੈਂ ਪ੍ਰਾਪਤ ਕਰਾਂ, ਜੀਵਨ ਸੁਖਾਲਾ ਨਿਰਬਾਹ ਹੋਵੇ। ਬਹੁਤੇ ਸੁੱਖ ਪਾਉਣ ਦੇ ਵਾਸਤੇ ਮਨੁੱਖ ਬਹੁਤੀ ਮਿਹਨਤ ਕਰਦਾ, ਜ਼ਿਆਦਾ ਕਮਾਈ ਕਰਨ ਦਾ ਯਤਨ ਕਰਦਾ ਹੈ। ਪਰ ਮਹਾਰਾਜ ਹਜੂਰ ਬਖਸ਼ਿਸ਼ ਕਰਦੇ ਹਨ, ਹੈ ਜੀਵ, ਜੇ ਦੁਨੀਆ ਦੇ ਬਹੁਤੇ ਸਾਧਨ ਛੱਡ ਕੇ ਇੱਕ ਪਰਮੇਸ਼ਰ ਦੇ ਨਾਮ ਦਾ ਸਾਧਨ ਧਾਰਨ ਕਰ ਲਵੇ ਨਾ, ਫਿਰ ਤੈਨੂੰ ਸਾਰੇ ਸੁੱਖ ਇੱਕੋ ਵਿੱਚੋਂ ਹੀ ਪ੍ਰਾਪਤ ਹੋ ਜਾਣਗੇ। ਸੰਸਾਰ ਦੇ ਅੰਦਰ ਇੱਕ ਸਾਰ ਦੇ ਵਿੱਚ ਸਾਧਨ ਦੇ ਵਿੱਚੋਂ ਸਾਰੇ ਸੁੱਖ ਨਹੀਂ ਮਿਲਦੇ। ਬਾਰ-ਬਾਰ ਬਦਲ ਕੇ ਇੱਕ ਛੱਡ ਕੇ ਫਿਰ ਦੂਜੇ ਦੀ ਸਾਧਨਾ ਕਰਨੀ ਪੈਂਦੀ ਹੈ, ਦੂਜਾ ਛੱਡ ਕੇ ਫਿਰ ਤੀਜਾ, ਚੌਥਾ, ਪਤਾ ਨਹੀਂ ਕਿੰਨੇ ਕੁ ਦੁਨੀਆ ਦੇ ਸਾਧਨ ਬਦਲ ਕੇ ਬਾਰ-ਬਾਰ ਮਿਹਨਤ ਕਰਕੇ ਬਹੁਤਾ ਸਰੀਰ ਨੂੰ ਕਸ਼ਟ ਦੇ ਕਰਕੇ ਉਹਦਾ ਨੂੰ ਸਾਧਿਆ ਜਾਂਦਾ ਹੈ। ਪਰ ਫਲ ਫੇਰ ਵੀ ਸਾਰੇ ਜੀਵ ਦੀ ਝੋਲੀ ਵਿੱਚ ਨਹੀਂ ਪੈਂਦੇ, ਸਾਰੇ ਸੁੱਖਾਂ ਨੂੰ ਫੇਰ ਵੀ ਨਹੀਂ ਪ੍ਰਾਪਤ ਕਰਦਾ। ਸੁੱਖ ਨਾ ਮਿਲਣੇ ਕਰਕੇ ਦੁਖੀ ਹੁੰਦਾ। ਫਿਰ ਸਾਧ ਸੰਗਤ ਜੀ ਚਿੰਤਾ ਦੇ ਕਰਕੇ ਕਈ ਵਾਰ ਆਪਣਾ ਜਿਹੜਾ ਸਰੀਰ ਹੈ ਨਾ, ਇਹਦੇ ਤੋਂ ਵੀ ਹੱਥ ਧੋ ਬੈਠਦਾ ਹੈ। ਅਮੋਲਕ ਮਿਲਿਆ ਹੋਇਆ ਜੀਵਨ ਵੀ ਕਈ ਵਾਰ ਜੀਵ ਦਾ ਅਜਾਈਂ ਚਲਾ ਜਾਂਦਾ ਹੈ। ਜ਼ਿੰਦਗੀ ਦਾ ਵੱਡਾ ਪੱਖ ਇਸੇ ਤਰ੍ਹਾਂ ਦੁਨੀਆ ਦੇ ਸਾਧਨ ਕਰਮ ਕਾਂਡਾਂ ਦੇ ਵਿੱਚ ਹੀ ਬਤੀਤ ਹੋ ਜਾਂਦਾ ਹੈ। ਪਰ ਮਹਾਰਾਜ ਹਜੂਰ ਕਹਿੰਦੇ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਦੀ ਸਾਧਨਾ ਕੀਤੀ ਹੈ, ਇਹ ਗੁਰਸਿੱਖੋ, ਉਹਨਾਂ ਨੂੰ ਸਾਰੇ ਸੁੱਖ ਹੀ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੇ ਹਨ। ਕਿਸੇ ਨੇ ਸਾਧ ਸੰਗਤ ਜੀ ਮਿੱਤਰਤਾ ਦੇ ਵਿੱਚ ਸੁੱਖ ਸਮਝਿਆ ਹੈ, ਕਿਸੇ ਨੇ ਧਨ ਪਦਾਰਥਾਂ ਦੇ ਵੀ ਸੁੱਖ ਸਮਝਿਆ ਹੈ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭਜਨ ਜੈਸਾ ਸੁੱਖ ਕਿਸੇ ਵੀ ਸੰਸਾਰ ਦੇ ਸਾਧਨ ਵਿੱਚ ਨਹੀਂ ਹੈ। ਕਬੀਰ ਸੁਖ ਨ ਇਹ ਜੁਗ ਕਰਹਿ ਜੋ ਬਹੁਤੈ ਮੀਤ, ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵਹਿ ਨੀਤ। ਉਹਨਾਂ ਨਿਤਾ ਪ੍ਰਤੀ ਸਦੀਵੀ ਸੁਖ ਪਰਮ ਸੁਖ ਪ੍ਰਾਪਤ ਹੋ ਜਾਂਦਾ ਹੈ, ਜੋ ਪਰਮੇਸ਼ਰ ਦਾ ਨਾਮ ਆਪਣੇ ਚਿੱਤ ਵਿੱਚ ਧਾਰਨ ਕਰਕੇ ਰੱਖਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਬਖਸ਼ਿਸ਼ ਕਰ ਰਹੇ ਹੈ, ਸਗਲ ਸੂਖ ਜਪ ਏਕੈ ਨਾਮ।
हे ਜੀਵ ਇੱਕ ਪਰਮੇਸ਼ਰ ਦੇ ਨਾਮ ਦਾ ਜਾਪ ਕਰਿਆ ਕਰ, ਸਾਰੇ ਸੁੱਖ ਤੈਨੂੰ ਵਾਹਿਗੁਰੂ ਬਖਸ਼ਿਸ਼ ਕਰ ਦੇਵੇਗਾ। ਹਰ ਇੱਕ ਸੁੱਖ ਪ੍ਰਮਾਤਮਾ ਤੇਰੀ ਝੋਲੀ ਪਾ ਦੇਵੇਗਾ। ਕਿਉਂਕਿ ਜੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਵੀ ਪ੍ਰਾਪਤੀ ਹੈ ਨਾ, ਸ਼ਕਤੀਆਂ ਨੂੰ ਪਾ ਲੈਣਾ, ਇਹਨਾਂ ਨੂੰ ਪਾ ਕੇ ਵੀ ਸਾਧ ਸੰਗਤ ਜੀ ਆਤਮਿਕ ਸੁੱਖ ਨਹੀਂ ਇਕੱਲਾ ਪ੍ਰਾਪਤ ਹੋ ਜਾਂਦਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਹੋਰ ਜਿਹੜੇ ਤਪ ਸਾਧਨ ਆਦਿ ਕਰ ਲੈਣੇ ਆ, ਛਿੜੇ ਆਦਿ ਕਰ ਲੈਣੇ, ਟੂਣੇ ਟਾਮਣ ਜੰਤਰ ਮੰਤਰਾਂ ਦਾ ਕੋਈ ਜਾਪ, ਕਿਸੇ ਦੇਵੀ ਦਾ, ਕਿਸੇ ਪ੍ਰੇਤਾਂ ਨੂੰ ਵਸ ਵਿੱਚ ਕਰਨੇ ਦਾ ਇਹ ਸਾਧਨ ਕਰ ਲੈਣਾ, ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਜੀਵ ਨੂੰ ਆਤਮਿਕ ਸੁੱਖ, ਸਦੀਵੀ ਸੁੱਖ ਨਹੀਂ ਪ੍ਰਾਪਤ ਹੁੰਦਾ ਜੋ ਪਰਮੇਸ਼ਰ ਦੇ ਭਜਨ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਕਈ ਵਾਰ ਕਿ ਕਈ ਪ੍ਰੇਮੀਆਂ ਦੇ ਸਾਧ ਸੰਗਤ ਜੀ ਐਸੇ ਜੀਵਨ ਨੂੰ ਪੜ੍ਹਨ ਨੂੰ ਸੁਣਨ ਨੂੰ ਪ੍ਰਾਪਤ ਹੁੰਦੇ ਆ, ਜਿਵੇਂ ਕਈਆਂ ਨੇ ਯੋਗ ਮਤ ਨੂੰ ਧਾਰਨ ਕੀਤਾ, ਯੋਗਾ ਅਭਿਆਸ ਦੁਆਰਾ ਜੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੀ ਵੀ ਪ੍ਰਾਪਤੀ ਕਰ ਲਈ ਹੈ, ਪਰ ਆਤਮਿਕ ਸੁੱਖ ਥੋੜਾ ਉਹਨਾਂ ਨੂੰ ਪ੍ਰਾਪਤ ਹੋ ਸਕਿਆ। ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਉਹਨਾਂ ਨੂੰ ਹੋਈ। ਉਹ ਸੰਸਾਰ ਦੇ ਅੰਦਰ ਸ਼ੋਭਾ ਮਾਣ ਭਾਵੇਂ ਲੋਕਾਂ ਨੂੰ ਕਰਾਮਾਤਾਂ ਦਿਖਾ ਕਰਕੇ ਪ੍ਰਾਪਤ ਕਰ ਰਹੇ ਹੈ, ਪਰ ਵਾਹਿਗੁਰੂ ਦੇ ਪਰਮ ਸੁੱਖ ਜੈਸਾ ਕੋਈ ਦੁਨੀਆ ਦੇ ਅੰਦਰ ਸੁੱਖ ਉਹਨਾਂ ਨੂੰ ਨਹੀਂ ਪ੍ਰਾਪਤ ਹੋ ਸਕਿਆ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਇਹ ਪ੍ਰਾਣਾ ਤਾਰੇ ਜੀਵ ਪਰਮੇਸ਼ਰ ਦੇ ਨਾਮ ਦਾ ਸਾਧਨ ਕਰਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ। ਪਰਮੇਸ਼ਰ ਦੇ ਨਾਮ ਸਾਧਨ ਕਰਕੇ ਹੀ ਸਾਰੇ ਸੁੱਖ ਮਿਲ ਜਾਂਦੇ ਹਨ। ਸਾਗਲ ਧਰਮ ਹਰ ਕੇ ਗੁਣ ਗਾਵਾਂ। ਪਰਮੇਸ਼ਰ ਦੇ ਪਿਆਰੇ ਸਤਿਪੁਰਖਾਂ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਸਾਰੇ ਧਰਮ ਸਫਲੇ ਕਰ ਲਏ ਹਨ। ਜਿੰਨੇ ਵੀ ਸੰਸਾਰ ਦੇ ਅੰਦਰ ਧਰਮ ਹਨ, ਜੋ ਮਰਜ਼ਾਦਾ ਹੈ, ਜੋ ਹਰ ਇੱਕ ਧਰਮ ਦੀ ਮਰਜ਼ਾਦਾ ਵਿੱਚ ਰਹਿ ਕਰਕੇ ਸਾਧ ਸੰਗਤ ਜਿਹੋ ਜਿਹੇ ਮਨੁੱਖ ਨੇ ਧਰਮ ਨੂੰ ਧਾਰਨ ਕੀਤਾ ਹੈ, ਉਸ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਉਹ ਲਾਹੇਵੰਦ ਹੁੰਦਾ ਹੈ। ਜੋ ਧਰਮ ਦੀ ਮਰਜ਼ਾਦਾ ਦੀ ਉਲੰਘਣਾ ਕਰਦਾ ਹੈ, ਉਹ ਜੀਵਨ ਦੇ ਵਿੱਚ ਕਦੇ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਉਹ ਲਾਭ ਦੀ ਥਾਂ 'ਤੇ ਆਪਣਾ ਨੁਕਸਾਨ ਕਰਾ ਲੈਂਦਾ ਹੈ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹੈ, ਸਗਲ ਧਰਮ ਹਰ ਕੇ ਗੁਣ ਗਾਏ। हे ਪ੍ਰਾਣਾ ਤਾਰੇ ਜੀ, ਪਰਮੇਸ਼ਰ ਦੇ ਨਾਮ ਵਾਹਿਗੁਰੂ ਦੇ ਗੁਣਾਂ ਨੂੰ ਗਾਮ ਉਚਾਰਨ ਕਰਨੇ ਕਰਕੇ ਸਾਰੇ ਧਰਮ ਜਿਹੜੇ ਸਫਲੇ ਹੋ ਜਾਂਦੇ ਹਨ। ਜੋ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਕਿਉਂਕਿ ਸਾਧ ਸੰਗਤ ਜੀ ਜੋ ਕਈ ਵਾਰ ਅਸੀਂ ਸ਼ੰਕਾ ਕਰਦੇ ਹਾਂ ਜੀ, ਜਿਹੜੀ ਧਰਮ ਦੀ ਮਰਜ਼ਾਦਾ ਹੈ ਕਿ ਬਾਰ-ਬਾਰ ਜਿਹੜੀ ਸੁਚਮਤਾ ਰੱਖਣੀ ਹੈ ਜੀਵਨ ਦੇ ਅੰਦਰ, ਇਹ ਕਰਮ ਕਾਂਡ ਹੈ। ਇਹ ਸੁਭਾਵਿਕ ਹੀ ਕਈ ਵਾਰ ਸਾਡੇ ਮਨ ਦੇ ਵਿੱਚ ਫੁਰਨਾ ਆਉਂਦਾ ਹੈ। ਸੁਭਾਵਿਕ ਹੀ ਕਈ ਵਾਰ ਇਵੇਂ ਦੇ ਅਸੀਂ ਵਚਨ ਕਰ ਦਿੰਦੇ ਹਾਂ, ਸਾਡੇ ਮਨ ਦੇ ਅੰਦਰ ਵਿਚਾਰਾਂ ਆਉਂਦੀਆਂ ਨੇ। ਕਿਉਂਕਿ ਜਿਹੜੇ ਕੋਈ ਸ਼ੰਕਾਵਾਦੀ ਹੈ ਨਾ, ਤਰਕਵਾਦੀ ਨੇ, ਉਹ ਪ੍ਰਚਾਰ ਹੀ ਇਸ ਢੰਗ ਦੇ ਨਾਲ ਕਰਦੇ ਹੈ ਕਿ ਉਹਨਾਂ ਦਾ ਬਹੁ ਗਿਣਤੀ ਵਿੱਚ ਪ੍ਰਚਾਰ ਸੁਣ ਕਰਕੇ ਸਾਡੇ ਮਨ 'ਤੇ ਅਸਰ ਪੈ ਜਾਂਦਾ ਹੈ। ਪਰ ਬੇਨਤੀ ਪਹਿਲਾਂ ਵੀ ਕਰ ਚੁੱਕਾ ਕਿ ਹਰ ਇੱਕ ਧਰਮ ਦੀ ਮਰਜ਼ਾਦਾ ਵੱਖੋ ਵੱਖਰੀ ਹੈ। ਜੋ ਧਰਮ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ, ਸੁੱਖ ਉਸੇ ਜੀਵ ਨੂੰ ਪ੍ਰਾਪਤ ਹੁੰਦਾ ਹੈ। ਠੀਕ ਹੈ, ਜੇ ਸਾਡੇ ਤੋਂ ਸਾਧ ਸੰਗਤ ਜੀ ਮਰਜ਼ਾਦਾ ਨਹੀਂ ਰੱਖੀ ਜਾਂਦੀ ਤੇ ਕਿਸੇ ਨੂੰ ਕਹਿਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈ। ਕਿਉਂਕਿ ਕਈ ਵਾਰ ਸੁਚਮਤਾ 'ਤੇ ਬੜੇ ਅਸੀਂ ਕਟਾਕਸ਼ ਕਰਦੇ ਹਾਂ ਜੀ, ਇਹ ਬਾਬੇ ਤਾਂ ਬਾਰ-ਬਾਰ ਟੂਟੀਆਂ ਮਾਂਜਦੇ ਰਹਿੰਦੇ ਆ, ਬਾਰ-ਬਾਰ ਹੱਥ ਹੀ ਮਾਂਜਦੇ ਰਹਿੰਦੇ ਹਨ। ਪਰ ਹਰ ਇੱਕ ਧਰਮ ਦੀ ਮਰਜ਼ਾਦਾ ਹੈ। ਸਾਧ ਸੰਗਤ ਜੀ, ਜੋ ਗੁਰੂ ਕਾਲ ਤੋਂ ਚੱਲਦੀ ਹੋਈ ਆ ਰਹੀ ਜੋ ਮਰਜ਼ਾਦਾ ਹੈ, ਜੋ ਵੀ ਜੀਵਨ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜੋ ਕਿਸੇ ਵੀ ਧਰਮ ਦੀ ਕਿਸੇ ਤਰ੍ਹਾਂ ਦੀ ਮਰਜ਼ਾਦਾ ਉਹਨਾਂ ਨੂੰ ਮੁਬਾਰਕ ਹੈ। ਸਿੱਖ ਧਰਮ ਦੀ ਆਪਣੀ ਮਰਜ਼ਾਦਾ ਹੈ। ਤੇ ਜੇ ਬਾਰ-ਬਾਰ ਸ਼ੰਕਾ ਕਰੀ ਜਾਵੇ, ਤਰਕਾਂ ਹੀ ਕਰੀ ਜਾਵੇ, ਉਹ ਸਾਧ ਸੰਗਤ ਜੀ ਉਹ ਜੀਵ ਦਾ ਕਿਤੇ ਭਲਾ ਨਹੀਂ ਹੋ ਸਕਦਾ। ਕਿਉਂਕਿ ਮਨ ਵਿੱਚ ਸ਼ਰਧਾ ਤੇ ਭਾਵਨਾ ਧਾਰਨ ਕਰਨੀ ਚਾਹੀਦੀ ਹੈ। ਮਨ ਵਿੱਚ ਭਾਵਨਾ ਬਣਾ ਕਰਕੇ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ। ਪੰਜ ਪਿਆਰੇ ਸਹਿਬਾਨ ਜੋ ਮਰਜ਼ਾਦਾ ਦ੍ਰਿੜ ਕਰਵਾਉਂਦੇ ਹਨ, ਉਹਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ, ਨਾ ਕਿ ਸਾਨੂੰ ਸ਼ੰਕੇ ਕਰਨੇ ਚਾਹੀਦੇ ਹੈ। ਤੇ ਸਾਧ ਸੰਗਤ ਜੀ, ਸਮਾਂ ਕਦੇ ਇਕਸਾਰ ਨਹੀਂ ਜੇ ਰਹਿੰਦਾ। ਦੇਖਿਆ ਜਾਵੇ ਨਾ,
ਹੁਣ ਜਦੋਂ ਸਮੇਂ ਦੀ ਕਰਵਟ ਆਈ ਹੈ ਨਾ, ਜਿਹੜੇ ਲੋਕ ਸ਼ੰਕੇ ਕਰਦੇ ਸਨ, ਤਰਕਾਂ ਕਰਦੇ ਸਨ, ਬਾਰ-ਬਾਰ ਤਰਕਵਾਦੀ ਬਣ ਕੇ ਸ਼ੰਕੇ ਕਰਦੇ ਸਨ, ਅੱਜ ਉਹ ਲੋਕ ਹੀ ਆਪਣੇ ਸਾਧ ਸੰਗਤ ਜੀ ਜੇਬਾਂ ਵਿੱਚ ਸਾਬਣ ਪਾ ਕਰਕੇ ਤੁਰੇ ਫਿਰਦੇ ਬਾਜ਼ਾਰਾਂ ਦੇ ਵਿੱਚ। ਆ ਜਿਹੜੇ ਕੈਮੀਕਲ ਹੈ, ਸੈਨੀਟਾਈਜ਼ਰ ਆਦਿਕ ਜਾਂ ਸਾਬਣ ਲੈ ਕੇ ਨਾ ਆਪਣੇ ਜੇਬਾਂ ਵਿੱਚ ਪਾ ਕੇ ਤੁਰੇ ਫਿਰਦੇ ਹੈ ਕਿ ਜਿੱਥੇ ਵੀ ਕਿਤੇ ਕੋਈ ਛਕਣਾ ਹੈ ਜਾਂ ਕਿਸੇ ਥਾਂ ਤੇ ਕੋਈ ਹੱਥ ਲਾਉਣਾ, ਮੂੰਹ ਤੇ ਹੱਥ ਲਾਉਣਾ, ਪਹਿਲਾਂ ਤੇ ਆਪਣੇ ਹੱਥ ਮਾਂਜਾਂਗੇ। ਫਿਰ ਹੁਣ ਕਿਉਂ ਸਾਧ ਸੰਗਤ ਜੀ ਹੱਥ ਮਾਂਜਦੇ ਆ? ਇਹ ਸਮੇਂ ਦਾ ਪਤਾ ਨਹੀਂ ਕਿਹੜੇ ਵੇਲੇ ਤਬਦੀਲ ਹੋ ਜਾਣਾ। ਪ੍ਰਮਾਤਮਾ ਦੀ ਹਵਾ ਹੀ ਇੱਦਾਂ ਦੀ ਫਿਰੀ ਹੈ ਕਰੋਨਾ ਵਾਇਰਸ ਕਰਕੇ, ਹਰ ਇੱਕ ਦੇ ਮਨ ਦੇ ਅੰਦਰ ਭੈ ਬਣਿਆ ਹੋਇਆ ਹੈ। ਇਸ ਪ੍ਰਕਾਰ ਸ਼ੰਕਾ ਨਹੀਂ ਸਾਨੂੰ ਕਿਸੇ ਤੇ ਕਰਨਾ ਚਾਹੀਦਾ ਹੈ। ਠੀਕ ਹੈ, ਜੇ ਸਾਡੇ ਤੋਂ ਮਰਜ਼ਾਦਾ ਨਹੀਂ ਰੱਖੀ ਜਾਂਦੀ, ਕਿਸੇ ਤੇ ਅਸੀਂ ਸ਼ੰਕਾ ਕਿਉਂ ਕਰਦੇ ਹਾਂ? ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਸਗਲ ਧਰਮ ਹਰ ਕੇ ਗੁਣ ਗਾਮ। ਹੇ ਜੀਵਾ, ਧਰਮ ਦੀ ਮਰਜ਼ਾਦਾ, ਹੇ ਜੀਵ, ਸਾਰੇ ਜਿਹੜੇ ਧਰਮ ਹਨ ਪਰਮੇਸ਼ਰ ਦੇ ਗੁਣ ਗਾਉਣੇ ਕਰਕੇ ਮਹਾਰਾਜ ਕਹਿੰਦੇ ਸਫਲੇ ਹੁੰਦੇ ਹੈ। ਜੇ ਧਰਮ ਦੀ ਮਰਜ਼ਾਦਾ ਨੂੰ ਧਾਰਨ ਕਰਦਾ ਤੇ ਨਾਲ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾਉਣਾ ਚਾਹੀਦਾ ਹੈ। ਠੀਕ ਹੈ, ਇਕੱਲਾ ਵਿਖਾਵੇ ਮਾਤਰ ਕਰੀ ਜਾਵੇ ਉਹ ਜ਼ਰੂਰ ਕਰਮ ਕਾਂਡ ਹੈ, ਪਰ ਸਾਧ ਸੰਗਤ ਜੀ ਕਰਮ ਕਾਂਡਾਂ ਤੋਂ ਬਾਅਦ ਵਿੱਚ ਹੀ ਜੀਵ ਨੂੰ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਜਦੋਂ ਤੱਕ ਮਨੁੱਖ ਜੀਵਨ ਦੇ ਵਿੱਚ ਇਹ ਮਰਜ਼ਾਦਾ ਰੂਪ ਕਰਮ ਕਾਂਡ ਨੂੰ ਧਾਰਨ ਨਹੀਂ ਕਰਦਾ, ਉਦੋਂ ਤੱਕ ਕਦੇ ਗਿਆਨ ਦੀ ਪ੍ਰਾਪਤੀ ਵੀ ਨਹੀਂ ਕਰ ਸਕਦਾ। ਕਰਮ ਤਾਂ ਆਖਰਕਾਰ ਜੀਵਨ ਦੇ ਵਿੱਚ ਕਰਨਾ ਹੀ ਪਵੇਗਾ ਨਾ। ਕਰਮ ਕੀਤੇ ਤੋਂ ਬਿਨਾਂ ਇਹ ਜੀਵਨ ਦੇ ਅੰਦਰ ਫਲ ਕਿਵੇਂ ਪ੍ਰਾਪਤ ਹੋ ਸਕਦਾ ਹੈ? ਮਹਾਰਾਜ ਜੀ ਦੀ ਗੁਰਬਾਣੀ ਅੰਦਰ ਬੜੇ ਸੋਹਣੇ ਢੰਗ ਦੇ ਨਾਲ ਉਚਾਰਨ ਕੀਤੇ ਹੋਏ ਪਾਵਨ ਬਚਨ ਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਜਿਹੜਾ ਬਨਸਪਤ ਹੈ ਨਾ, 18 ਭਾਰ ਬਨਸਪਤ ਹੈ। ਸਾਧ ਸੰਗਤ ਜੀ ਫਲ ਦੇ ਕਾਰਨ ਹੀ ਜਿਹੜੇ ਹੈ ਨਾ ਫੁੱਲ ਉਹਨਾਂ ਨੂੰ ਲੱਗਣਾ ਕਰਦੇ ਹੈ, ਤੇ ਜਦੋਂ ਫਲ ਲੱਗਾ ਤਬ ਫੂਲ ਬਿਲਾਏ। ਮਹਾਰਾਜ ਕਹਿੰਦੇ ਜਦੋਂ ਫਲ ਲੱਗ ਜਾਂਦੇ ਫੁੱਲ ਜਿਹੜੇ ਫਿਰ ਚਲੇ ਜਾਂਦੇ ਹੈ। ਇੱਦਾਂ ਜਾਣੋ ਕਿ ਜੀਵਨ ਦੇ ਵਿੱਚ ਜਿਹੜੇ ਕਰਮ ਕਾਂਡ ਕਰਦੇ ਮਰਜ਼ਾਦਾ ਰੱਖਣੀ ਹੈ। ਕਿ ਜਦੋਂ ਫਿਰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਜਾਣੋ ਕਿ ਫਲ ਦੀ ਤਰ੍ਹਾਂ ਹੈ। ਫਿਰ ਮਹਾਰਾਜ ਹਜੂਰ ਕਹਿੰਦੇ ਜਿਹੜੇ ਲੱਗੇ ਹੋਏ ਫੁੱਲ ਉਹਨਾਂ ਦੀ ਵੀ ਸਫਲਤਾ ਹੋ ਜਾਂਦੀ ਹੈ, ਉਹਨਾਂ ਵਿੱਚੋਂ ਫਲ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਧਰਮ ਦੀ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ ਸਾਧ ਸੰਗਤ ਜੀ ਫਿਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਣਾ, ਫਲ ਪ੍ਰਾਪਤੀ ਦੀ ਤਰ੍ਹਾਂ ਹੈ। ਪਰ ਹਜੂਰ ਕਹਿੰਦੇ ਤਾਂ ਹੈ ਜੇ ਪਰਮੇਸ਼ਰ ਦਾ ਭਜਨ ਵੀ ਕਰਦਾ ਹੈ, ਰਹਿਤ ਮਰਜ਼ਾਦਾ ਦੇ ਨਾਲ ਨਾਲ ਪਰਮਾਤਮਾ ਦੀ ਬੰਦਗੀ ਵੀ ਕਰਦਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ ਕਿ ਜਿਵੇਂ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦਾ ਹੈ, 10ਵਾਂ ਹਿੱਸਾ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ, ਇਸੇ ਤਰ੍ਹਾਂ ਸਵਾਸਾਂ ਦੀ ਸਫਲਤਾ ਵਾਸਤੇ 24 ਘੰਟਿਆਂ ਦੇ ਵਿੱਚੋਂ ਲਗਭਗ ਘੱਟ ਤੋਂ ਘੱਟ 2.5 ਘੰਟੇ ਜ਼ਰੂਰ ਪਰਮੇਸ਼ਰ ਦਾ ਸਿਮਰਨ ਕਰੇ। ਜੇ ਨਿਤਨੇਮ ਗੁਰਬਾਣੀ ਪੜ੍ਹਨੀ ਆਉਂਦੀ ਹੈ ਤੇ 5 ਬਾਣੀਆਂ ਦਾ ਅੰਮ੍ਰਿਤ ਵੇਲੇ ਜਾਪ ਕਰਨਾ, ਫਿਰ 2 ਬਾਣੀਆਂ ਰਹਿਰਾਜ ਸਾਹਿਬ ਤੇ ਕੀਰਤਨ ਸੋਹਲਾ ਸ਼ਾਮ ਦੇ ਸਮੇਂ ਗੁਰਬਾਣੀ ਦਾ ਜਾਪ ਕਰਨਾ, ਇਹ ਸਿੱਖ ਦੀ ਮਰਜ਼ਾਦਾ ਹੈ, ਸਿੱਖ ਦਾ ਧਰਮ ਹੈ। ਤੇ ਜੇ ਇਕੱਲਾ ਸਾਧ ਸੰਗਤ ਜੀ ਵਿਖਾਵੇ ਮਾਤਰ ਹੀ ਕਰੀ ਜਾਵੇ ਫਿਰ ਉਹ ਜ਼ਰੂਰ ਕਰਮ ਕਾਂਡ ਜੋਗਾ ਹੀ ਰਹਿ ਜਾਂਦਾ ਹੈ। ਪਰ ਜੇ ਮਹਾਰਾਜ ਜੀ ਦੀ ਆਗਿਆ ਦੋਵੇਂ ਪੱਖ ਰੱਖਦਾ ਹੈ, ਨਾਲ ਨਾਲ ਭਜਨ ਬੰਦਗੀ ਵੀ ਕਰਦਾ ਹੈ, ਤੇ ਫਿਰ ਮਹਾਰਾਜ ਕਹਿੰਦੇ ਉਹ ਫੁੱਲਾਂ ਦੇ ਵਿੱਚੋਂ ਫਲ ਪ੍ਰਾਪਤੀ ਦੀ ਤਰ੍ਹਾਂ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਇਹ ਤਾਂ ਹੈ ਜੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਮਹਾ ਪਵਿੱਤਰ ਸਾਧ ਕਾ ਸੰਗ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਮਹਾਨ ਬੜਾ ਪਵਿੱਤਰ ਹੈ, ਬਹੁਤ ਜ਼ਿਆਦਾ ਪਵਿੱਤਰ ਹੈ ਸਾਧੂ ਦਾ ਸੰਗ ਕਰਨਾ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨੀ ਮਹਾ ਪਵਿੱਤਰ, ਮਹਾਨ, ਬਹੁਤ ਜ਼ਿਆਦਾ ਪਵਿੱਤਰ ਹੈ, ਬਹੁਤ ਜ਼ਿਆਦਾ ਉਜਲ ਹੈ, ਬਹੁਤ ਜ਼ਿਆਦਾ ਨਿਰਮਲ ਹੈ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਜਿਸ ਭੇਟਤ ਲਾਗੈ ਪ੍ਰਭ ਰੰਗ। ਜਿਨ੍ਹਾਂ ਦੀ ਸੰਗਤ ਵਿੱਚ ਮਿਲਣ ਨਾਲ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਦਾ ਹੈ, ਪਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਦਾ ਹੈ। ਸਾਧ ਸੰਗਤ ਜੀ,
ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿਹੜਾ ਬਚਨ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਹਿਰਦੇ ਵਿੱਚ ਵਸ ਜਾਵੇ ਤੇ ਜ਼ਿੰਦਗੀ ਮਨੁੱਖ ਦੀ ਬਦਲ ਜਾਵੇ। ਕਿਉਂਕਿ ਮਹਾਰਾਜ ਜੀ ਦੀ ਗੁਰਬਾਣੀ ਅੰਦਰ ਵਚਨ ਹਨ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜੁੜਿਆ ਇੱਕ ਵੀ ਗੁਰੂ ਕਾ ਬਚਨ ਹਿਰਦੇ ਅੰਦਰ ਵਸ ਜਾਵੇ, ਜੀਵ ਨਿਹਾਲ ਹੋ ਜਾਂਦਾ ਹੈ, ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਐਸੀ ਮਹਾਨ ਤੇ ਪਰਮ ਵਡਿਆਈ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਮਹਾਰਾਜ ਕਹਿੰਦੇ ਜਿਸ ਭੇਟਤ ਲਾਗੈ ਪ੍ਰਭ ਰੰਗ। ਜਿਨ੍ਹਾਂ ਦੀ ਸਤ ਸੰਗਤ ਵਿੱਚ ਜੁੜਿਆ, ਸਾਧੂ ਜਨਾਂ ਦੀ ਭਾਲੇ ਪੁਰਸ਼ਾਂ ਦੀ ਸੰਗਤ ਵਿੱਚ ਜੁੜਨ ਨਾਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲੱਗ ਜਾਂਦਾ ਹੈ, ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤ ਬਣ ਜਾਂਦੀ ਹੈ, ਵਾਹਿਗੁਰੂ ਦੇ ਨਾਮ ਜਪਣ ਦੇ ਵੱਲ ਮਨ ਦੀ ਖਿੱਚ ਬਣ ਜਾਂਦੀ ਹੈ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਜਿੱਥੇ ਗੁਰੂ ਸ਼ਬਦ ਦੀ ਵਿਚਾਰ ਦੀ ਬੜੀ ਪਰਮ ਮਹਾਨਤਾ ਹੈ, ਉੱਥੇ ਨਾਲ ਨਾਲ ਸਤਿਗੁਰੂ ਜੀ ਦੇ ਜੋ ਪਾਵਨ ਜੀਵਨ, ਇਤਿਹਾਸਕ ਜੀਵਨ ਕੌਤਕ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕਥਾ ਕਹਾਣੀਆਂ ਹਨ, ਉਹਨਾਂ ਦਾ ਵੀ ਜੀਵਨ ਦੇ ਅੰਦਰ ਬਹੁਤ ਭਾਰਾ ਅਸਰ ਪੈਂਦਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਸਾਖੀਆਂ, ਜੀਵਨ ਕੌਤਕ ਸਤਿਪੁਰਸ਼ਾਂ ਤੋਂ ਸਰਵਣ ਕਰ ਲੈਣੇ ਹੈ, ਪਤਾ ਨਹੀਂ ਕਿਹੜੇ ਬਚਨ ਦੇ ਨਾਲ ਜੀਵ ਦਾ ਭਲਾ ਹੋ ਜਾਣਾ, ਪਤਾ ਨਹੀਂ ਕਿਹੜੇ ਬਚਨ ਦੇ ਨਾਲ ਜੀਵਨ ਦੀ ਬਾਜੀ ਬਦਲ ਜਾਣੀ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਹੇ ਜੀਵ ਮਹਾ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਬੜਿਆਂ ਦੇ ਸਾਧ ਸੰਗਤ ਜੀ, ਬਹੁਤ ਪ੍ਰੇਮੀਆਂ ਦੇ ਜੀਵਨ ਦੇਖੇ ਹੈ, ਜਿਨ੍ਹਾਂ ਨੇ ਭਲੇ ਪੁਰਸ਼ਾਂ ਦੀ ਸੰਗਤ ਕੀਤੀ ਹੈ ਤੇ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਉਹਨਾਂ ਦੇ ਜੀਵਨ ਬਦਲਦੇ ਹੋਏ ਸਾਧ ਸੰਗਤ ਜੀ ਅੱਖੀਂ ਦੇਖੇ ਹੈ। ਐਸੀ ਮਹਾਨ ਸ਼ਕਤੀ ਪ੍ਰਮਾਤਮਾ ਨੇ ਸਾਧ ਸੰਗਤ ਦੇ ਵਿੱਚ ਪਾਈ ਹੈ। ਜੇ ਪਿਆਰ ਦੇ ਨਾਲ ਸਾਧ ਸੰਗਤ ਕਰਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਰੰਗ ਲਾਗਤ 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 ਹੈ, ਪਾਉ ਭਾਗਤ 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 ਹੈ। ਮਨ ਦੇ ਵਿੱਚ ਜਿਹੜਾ ਡਰ ਬਣਿਆ ਰਹਿੰਦਾ ਨਾ, ਭੈ ਬਣਿਆ ਰਹਿੰਦਾ ਹਰ ਸਮੇਂ, ਜੇ ਨਹੀਂ ਸਾਡੇ ਕੋਲ ਸਿੱਖੀ ਜਿਹੜੀ ਨਿਭਾਈ ਨਹੀਂ ਜਾਣੀ, ਫਿਰ ਜੇ ਅਸੀਂ ਕੇਸਾਂ ਨੂੰ ਰੱਖ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ, ਸਾਡੇ ਕੋਲ ਜੀ ਪੰਜਾਂ ਕਕਾਰਾਂ ਦੀ ਰਹਿਤ ਨਹੀਂ ਰੱਖੀ ਜਾਣੀ, ਸਾਡੇ ਕੋਲੋਂ ਜੀ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ, ਨਿਤਨੇਮ ਨਹੀਂ ਕੀਤਾ ਜਾਣਾ, ਇਹ ਮਨ ਦੇ ਵਿੱਚ ਭੈ ਬਣਿਆ ਰਹਿੰਦਾ ਹੈ। ਤੇ ਸਾਧ ਸੰਗਤ ਜੀ, ਜਿਵੇਂ ਜਿਵੇਂ ਭਲੇ ਪੁਰਸ਼ਾਂ ਦੀ ਸੰਗਤ ਕੀਤੀ ਜਾਂਦੀ ਹੈ, ਮਹਾਰਾਜ ਕਹਿੰਦੇ ਹਨ ਲਾਗੈ ਪ੍ਰਭ ਰੰਗ। ਪਰਮੇਸ਼ਰ ਦੇ ਨਾਮ ਦਾ, ਪ੍ਰੇਮ ਦਾ ਫਿਰ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੈ। ਪਤਾ ਨਹੀਂ ਕਿਹੜਾ ਬਚਨ ਹਿਰਦੇ ਅੰਦਰ ਵਸ ਜਾਵੇ, ਜਿਸ ਕਰਕੇ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲਾ ਬਣ ਕੇ ਜੀਵਨ ਦੀ ਸਫਲਤਾ ਬਣਾ ਲੈਂਦਾ ਹੈ। ਇਹ ਮਹਾਨ ਤੇ ਪਰਮ ਵਡਿਆਈ ਹੈ ਸਾਧੂ ਜਨਾਂ ਦੀ ਸੰਗਤ ਕਰਨੇ ਦੀ। ਸਾਧ ਸੰਗਤ ਆਪਨੇ ਦੇਖਿਆ ਹੋਵੇਗਾ, ਮਹਾਂਪੁਰਸ਼ ਕੋਈ ਵੀ ਕੋਈ ਪ੍ਰੇਮੀ ਚੱਲ ਕੇ ਆਉਂਦਾ ਹੈ ਨਾ, ਮੈਂ ਤਾਂ ਹਰ ਰੋਜ਼ ਅੱਖੀ ਦੇਖਦਾ, ਕਈ ਵਾਰ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖਾਂ ਬਾਬਾ ਜੀ ਦੇ ਕੋਲ ਫਤਿਹ ਬੁਲਾਉਣ ਜਾਈਦਾ, ਜਿਹੜਾ ਵੀ ਕੋਈ ਸਾਧ ਸੰਗਤ ਕਿਸੇ ਦੇ ਕੇਸ ਕੱਟੇ ਹੁੰਦੇ ਹੈ, ਦਾੜੀ ਕੱਟੀ ਹੁੰਦੀ ਹੈ, ਉਹ ਦੇਖਦੇ ਰਹੀਦਾ ਸਾਧ ਸੰਗਤ ਜੀ। ਬੜਾ ਕਈ ਵਾਰ ਮਨ ਦੇ ਵਿੱਚ ਹੈਰਾਨਗੀ ਹੁੰਦੀ, ਜਿਹੜੇ ਬੰਦੇ ਜਿਨ੍ਹਾਂ ਨੇ ਕਦੇ ਸੋਚਿਆ ਤੱਕ ਵੀ ਨਹੀਂ ਹੁੰਦਾ ਕਿ ਅਸੀਂ ਵੀ ਪਤਿਤ ਪੁਣੇ ਦਾ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣ ਜਾਵਾਂਗੇ, ਇੱਕ ਬਚਨ ਦੇ ਨਾਲ ਹੀ ਸਾਧ ਸੰਗਤ ਜਕਾਰਾ ਛੱਡ ਕੇ ਗੁਰੂ ਵਾਲੇ ਬਣ ਜਾਂਦੇ ਹੈ। ਇਹ ਸਾਧੂ ਜਨਾਂ ਦੀ ਸੰਗਤ ਦਾ ਰੰਗ ਹੁੰਦਾ ਹੈ। ਪਤਾ ਨਹੀਂ ਕਿੰਨਿਆਂ ਕੁ ਦਾ ਹਰ ਰੋਜ਼ ਭਲਾ ਹੁੰਦਾ ਪਿਆ, ਕਿੰਨੇ ਕੁ ਪ੍ਰੇਮੀ ਗੁਰੂ ਵਾਲੇ ਬਣ ਕੇ ਮਹਾਰਾਜ ਜੀ ਦੇ ਲੜ ਲੱਗ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਰੰਗ ਚੜ੍ਹਦਾ ਹੈ, ਜਿਵੇਂ ਖੋਟੀ ਸੰਗਤ ਕਰਨੇ ਦਾ ਮਨ ਨੂੰ ਰੰਗ ਚੜ੍ਹਦਾ ਹੈ, ਚੋਰਾਂ ਦੀ ਖੋਟੀ ਸੰਗਤ ਕਰੇ ਚੋਰੀ ਕਰਨੇ ਦਾ ਰੰਗ ਚੜ੍ਹਦਾ ਹੈ, ਫਿਰ ਜੁਆਰੀਆਂ ਦੀ ਸੰਗਤ ਕਰੇ ਜੂਆ ਖੇਡਣ ਦਾ ਰੰਗ ਚੜ੍ਹ ਜਾਂਦਾ ਹੈ। ਮਹਾਰਾਜ ਹਜੂਰ ਕਹਿੰਦੇ ਹਨ, ਇਸੇ ਤਰ੍ਹਾਂ ਜੇ ਭਲੇ ਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਦਾ ਤੇ ਨਾਮ ਜਪਣ ਦਾ ਹੀ ਜ਼ਰੂਰ ਪਰ ਜ਼ਰੂਰ ਰੰਗ ਚੜ੍ਹ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰ ਰਹੇ ਹੈ, ਜਿਸ ਭੇਟਤ ਲਾਗੈ ਪ੍ਰਭ ਰੰਗ। ਹਜੂਰ ਕਹਿੰਦੇ ਜਿਨ੍ਹਾਂ ਦੀ ਸੰਗਤ ਮਿਲਣ ਨਾਲ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ। ਗੁਰ ਪ੍ਰਸਾਦ ਹੋਏ ਆਨੰਦ ਪਾਵੈ।
ਸਤਿਗੁਰੂ ਜੀ ਦੀ ਕਿਰਪਾ ਦੁਆਰਾ ਵਾਹਿਗੁਰੂ ਦੇ ਪਿਆਰੇ ਸਾਧੂ ਜਨ ਸਤਿਪੁਰਸ਼ ਹਿਰਦੇ ਕਰਕੇ ਕਣਾ ਆਨੰਦ ਪਾਉਂਦੇ ਹਨ। ਪਰਮੇਸ਼ਰ ਦੀ ਬੰਦਗੀ ਵੀ ਜੁੜਿਆ ਹੋਇਆ ਪਰਮਾਤਮਾ ਦਾ ਨਾਮ ਜਪਦਿਆਂ ਹੋਇਆ ਕਣਾ ਆਨੰਦ ਪਾਉਂਦੇ ਹਨ। ਜਿਸ ਸਿਮਰਤ ਮਨ ਹੋਏ ਪ੍ਰਕਾਸ਼ਾ, ਜਿਸ ਪਰਮਾਤਮਾ ਦਾ ਸਿਮਰਨ ਕਰਨ ਨਾਲ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਿਵੇਂ ਸੂਰਜ ਚੜ੍ਹਨੇ ਦਾ ਪ੍ਰਕਾਸ਼ ਹੁੰਦਾ, ਅੰਧਤਾਈ ਮਿਟ ਜਾਂਦੀ, ਹਨੇਰਾ ਅਭਾਵ ਹੋ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਕਰੋੜਾਂ ਸੂਰਜਾਂ ਵਰਗਾ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਵਿਦਿਆ ਦੀ, ਅਗਿਆਨਤਾ ਦੀ ਅੰਧਤਾਈ ਉੱਥੋਂ ਖਤਮ ਹੋ ਜਾਂਦੀ ਹੈ। ਤਾਕੀ ਗਾਤ ਮਿਤ ਕਹਿਨ ਨਾ ਜਾਵੇ। ਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਕਰ ਲਿਆ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤਾਂ ਕਿ ਗਤ ਮਿਤ ਕਹਿਨ ਨਾ ਜਾਵੇ। ਉਹਨਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਹੈ, ਕਿੰਨੀ ਮਹਾਨ ਤੇ ਕਿੰਨੀ ਉੱਚੀ ਅਵਸਥਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਗਤ ਮਿਤ ਮਰਜ਼ਾਦਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਔਰ ਉਹਨਾਂ ਦੀ ਉੱਚੀ ਅਵਸਥਾ ਦੀ ਜਿਹੜੀ ਗਤੀ ਹੈ, ਇਸ ਪ੍ਰਕਾਰ ਉਹਦੀ ਮਿਤ ਮਰਜ਼ਾਦਾ ਕਥਨ ਕੀਤੀ ਨਹੀਂ ਜਾ ਸਕਦੀ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਐਵੇਂ ਕੋਈ ਆਪੋ ਵਿੱਚ ਝਖਾ ਮਾਰੀ ਜਾਵੇ ਤੇ ਵੱਖਰੀ ਗੱਲ ਹੈ, ਪਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਤਾਂ ਕਿ ਗਤਮਿਤ ਕਹੀ ਨਾ ਜਾਵੇ। ਉਹਨਾਂ ਸਤਿਪੁਰਸ਼ਾਂ ਦੀ ਜਿਹੜੀ ਅੰਦਰ ਦੀ ਜਿਹੜੀ ਸਾਧ ਸੰਗਤ ਜੀ ਖੇਡ ਵਰਤ ਰਹੀ ਹੈ, ਹਿਰਦੇ ਅੰਦਰ ਪਰਮਾਤਮਾ ਨੇ ਜੋ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਉਹਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਸੰਸਾਰ ਦੇ ਲੋਕ ਭਾਵੇਂ ਦੇਖ ਕਰਕੇ ਸਾਧ ਸੰਗਤ ਜੀ ਇਹ ਭੁਲੇਖੇ ਵਿੱਚ ਪੈ ਕਰਕੇ ਜੋ ਬੁੱਧੀ ਦੇ ਤਲ ਦੇ ਜ਼ਿੰਦਗੀ ਜਿਉਣ ਵਾਲੇ ਬੁੱਧੀ ਮੁਤਾਬਕ ਸੋਚ ਕਰਕੇ ਗੱਲਾਂ ਕਰਦੇ ਹੈ, ਪਰ ਮਹਾਰਾਜ ਹਜੂਰ ਕਹਿੰਦੇ ਬਾਹਰ ਦਾ ਲਿਬਾਸ ਦੇਖਦੇ ਕਰਕੇ ਭਾਵੇਂ ਸੰਸਾਰ ਦੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਹੈ, ਪਰ ਉਹਨਾਂ ਦੇ ਅੰਦਰ ਦਾ ਜੋ ਹਿਰਦੇ ਦਾ ਗਿਆਨ ਦਾ ਪ੍ਰਕਾਸ਼ ਹੈ ਨਾ, ਕੋਈ ਕਥਨ ਕਰ ਹੀ ਨਹੀਂ ਸਕਦਾ। ਪਰਮਾਤਮਾ ਨੇ ਇੰਨੀ ਉਹਨਾਂ ਗੁਰਮੁਖ ਪਿਆਰੇ ਬੰਦਗੀ ਕਰਨ ਵਾਲਿਆਂ ਨੂੰ ਸੋਝੀ ਬਖਸ਼ੀ ਹੈ, ਇੰਨਾ ਜ਼ਿਆਦਾ ਹਿਰਦੇ ਅੰਦਰ ਪਰਮਾਤਮਾ ਨੇ ਗਿਆਨ ਦਾ ਪ੍ਰਕਾਸ਼ ਕੀਤਾ ਹੈ, ਜਿਸ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਕਿਉਂਕਿ ਕਈ ਵਾਰ ਬਾਹਰੀ ਲਿਬਾਸ ਦੇਖ ਕਰਕੇ ਵੀ ਸਾਧ ਸੰਗਤ ਮਨ ਵਿੱਚ ਘਿਰਣਾ ਆ ਜਾਂਦੀ ਹੈ, ਮਨ ਵਿੱਚ ਸ਼ੰਕੇ ਪੈਦਾ ਹੋ ਜਾਂਦੇ ਹੈ। ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇੰਨਾ ਗਿਆਨ ਦਾ ਪ੍ਰਕਾਸ਼ ਹਿਰਦੇ ਅੰਦਰ। ਕਿਉਂਕਿ ਜਿਵੇਂ ਭਗਤ ਜਨਾਂ ਦੇ ਜੀਵਨ ਦੇ 'ਚ ਕਥਾ ਆਉਂਦੀ ਹੈ, ਜੋ ਭਗਤ ਰਾਮਾਨੰਦ ਜੀ, ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਨੀਵੀਂ ਜਾਤ ਦੇ ਜਾਣ ਕਰਕੇ ਨਾਮ ਦੀ ਦਾਤ ਨਹੀਂ ਸਨ ਦਿੰਦੇ। ਤੇ ਜਦੋਂ ਜੋ ਗੰਗਾ ਇਸ਼ਨਾਨ ਕਰਨ ਵਾਸਤੇ ਗਏ, ਅੰਮ੍ਰਿਤ ਵੇਲੇ ਹੇਠਾਂ ਵਿਸ਼ਰਾਮ ਕਰ ਰਹੇ ਸਨ ਕਿ ਠੋਕਰ ਲੱਗੂਗੀ, ਠੇਡਾ ਲੱਗੇਗਾ, ਆਪੇ ਕੋਈ ਨਾ ਕੋਈ ਤਾਂ ਬਚਨ ਕਰਨਗੇ ਹੀ ਨਾ। ਜਦੋਂ ਰਾਮਾਨੰਦ ਜੀ ਇਸ਼ਨਾਨ ਕਰਕੇ ਆ ਰਹੇ, ਠੇਡਾ ਲੱਗਾ ਤੇ ਕਹਿੰਦੇ ਕਿ ਭਲਿਆ ਨਾਮ ਜਪਣ ਦਾ ਸਮਾਂ, ਰਾਮ ਕੇ ਰਾਮ ਕਹੋ। ਇਹੋ ਉਪਦੇਸ਼ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ। ਇੰਨਾ ਜ਼ਿਆਦਾ ਪਿਆਰ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਕਰੋੜਾਂ ਸੂਰਜਾਂ ਨਾਲੋਂ ਵੱਧ ਕਰਕੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਗਿਆ ਸੀ। ਵਰਦਾ ਹੋਇਆ ਪ੍ਰਤਾਪ ਦੇਖ ਕਰਕੇ ਚੇਲਿਆਂ ਨੇ ਕਿਹਾ, ਮਹਾਰਾਜ ਹੈ ਰਾਮਾਨੰਦ ਜੀ, ਹੈ ਗੁਰੂਦੇਵ, ਆਪ ਨੇ ਇੱਕ ਜੁਲਾਹੇ ਨੂੰ ਉਪਦੇਸ਼ ਦਿੱਤਾ, ਨਾਮ ਦੀ ਦਾਤ ਦੇ ਦਿੱਤੀ ਹੈ, ਇਹ ਨਹੀਂ ਸੀ ਤੁਹਾਨੂੰ ਕਰਨਾ ਚਾਹੀਦਾ। ਕਹਿਣ ਲੱਗੇ, ਨਹੀਂ, ਸਾਡੇ ਕੋਲ ਲੈ ਕੇ ਆਵੋ, ਅਸੀਂ ਕਦੋਂ ਨਾਮ ਦੀ ਦਾਤ ਦਿੱਤੀ ਹੈ। ਜਦੋਂ ਲੈ ਕੇ ਆਏ ਤੇ ਸਾਧ ਸੰਗਤ ਜੀ ਸ਼ੂਦਰ ਜਾਣ ਕੇ ਮੱਥੇ ਤੱਕ ਨਹੀਂ ਸੀ ਲੱਗਣਾ ਚਾਹੁੰਦੇ। ਰਾਮਾਨੰਦ ਜੀ ਕਨਾਤ ਤਾਣ ਕਰਕ ਤਣਾ ਕੇ ਤੇ ਆਪ ਓਲੇ ਹੋ ਗਏ ਕਿ ਉਵੇਂ ਦੇ ਨਾਲ ਬਚਨ ਬਲਾਸ ਕਰਾਂਗੇ, ਇਹ ਨੀਵੀਂ ਜਾਤ ਵਾਲਾ ਹੈ, ਇਸ ਕਰਕੇ ਸਾਡੇ ਮੱਥੇ ਲੱਗੇਗਾ, ਸਾਡੀ ਕਰਮ ਕਿਰਿਆ ਜਿਹੜੀ ਹੈ ਨਾ ਭਿੱਟੀ ਜਾਵੇਗੀ। ਸਾਧ ਸੰਗਤ ਜੀ ਕਿਨਾਰ ਦੇ ਓਲੇ ਹੋ ਕਰਕੇ ਨਾ ਜਦੋਂ ਭਗਤ ਕਬੀਰ ਸਾਹਿਬ ਜੀ ਆਏ ਤੇ ਉਸ ਸਮੇਂ ਭਗਵਾਨ ਦੀ ਪੂਜਾ ਜਿਹੜੀ ਆਰਾਧਨਾ ਕਰਦੇ ਪਏ ਸਨ। ਮਾਲਾ ਪਹਿਲਾਂ ਪਹਿਨਾਈ ਨਹੀਂ, ਚੇਤਾ ਭੁੱਲ ਗਿਆ। ਮੁਕਟ ਪਹਿਲਾਂ ਜੋ ਸਾਧ ਸੰਗਤ ਜੀ ਧਿਆਨ ਬਿਰਤੀ ਦੇ ਨਾਲ ਪਵਾ ਦਿੱਤਾ। ਮਾਲਾ ਜੇ ਪਾਉਣੀ ਸੀ ਤੇ ਮਨ ਦੇ ਅੰਦਰ ਵਿਚਾਰਾਂ ਕਰੀ ਜਾ ਰਹੇ ਸਨ ਕਿ ਜੇ ਹੁਣ ਮੁਕਟ ਸੀਸ ਤੋਂ ਲਾਉਂਦੇ ਆ ਤੇ ਭਗਵਾਨ ਦਾ ਨਿਰਾਦਰ ਹੁੰਦਾ ਤੇ ਇਹ ਲਾਉਣ ਤੋਂ ਬਿਨਾਂ ਮਾਲਾ ਪਹਿਨਾਈ ਵੀ ਨਹੀਂ ਜਾਣੀ, ਕੀ ਕਰਾਂ। ਇੰਨੇ ਸਮੇਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਅੰਤਰਜਾਮਤਾ ਨਾਲ ਦੇਖ ਕਰਕੇ ਕਹਿੰਦੇ, ਮਹਾਰਾਜ
ਕਿਉਂ ਤੁਸੀਂ ਐਵੇਂ ਲੰਬੀਆਂ ਵਿਚਾਰਾਂ ਵਿੱਚ ਪਏ ਹੋ? ਮਹਾਰਾਜ ਘੁੰਡੀ ਡੋਡਾ ਖੋਲ ਕਰਕੇ ਗਲ ਦੇ ਵਿੱਚ ਮਾਲਾ ਭਗਵਾਨ ਦੇ ਪਹਿਨਾ ਦਿਓ, ਕਿਹੜੀਆਂ ਵਿਚਾਰਾਂ ਵਿੱਚ ਪਏ ਹੋ? ਜਦੋਂ ਇਹ ਬਚਨ ਸੁਣਿਆ ਤੇ ਰਿਹਾ ਨਾ ਗਿਆ, ਕੁੱਟ ਕਰਕੇ ਛਾਤੀ ਦੇ ਨਾਲ ਲਾ ਲਿਆ, ਕਨਾਤ ਲਾਹ ਦਿੱਤੇ। ਕਹਿੰਦੇ ਇੰਨਾ ਗਿਆਨ ਦਾ ਪ੍ਰਕਾਸ਼ ਕਿੱਥੋਂ ਪ੍ਰਾਪਤ ਹੋਇਆ? ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਬਚਨ ਕੀਤਾ ਸੀ, ਰਾਮ ਕੇ ਰਾਮ ਕਹੋ। ਇਸ ਪ੍ਰਕਾਰ ਕੋਈ ਵੀ ਭਜਨ ਕਰ ਲੈਂਦਾ, ਮਹਾਰਾਜ ਕਹਿੰਦੇ ਉਹਦੇ ਅੰਦਰ ਦੀ ਅਵਸਥਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਦੁਨੀਆ ਦੇ ਲੋਕ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਜਿਸ ਸਿਮਰਤ ਮਨ ਹੋਏ ਪ੍ਰਗਾਸਾ, ਤਾ ਕੀ ਗਤ ਮਿਤ ਕਹਿਨ ਨਾ ਜਾਵੇ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹਨਾਂ ਦੀ ਮਿਤ ਮਰਜ਼ਾਦਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਵਰਤ ਨੇਮ ਮੱਜਨ ਤਿਸ ਪੂਜਾ। ਇਹ ਮਹਾਰਾਜ ਹੋਰ ਜਿਹੜੇ ਲੋਕ ਦੁਨੀਆ ਦੇ ਸਾਧਨ ਕਰਦੇ ਹਨ, ਕਿ ਵਾਹਿਗੁਰੂ ਦੇ ਪਿਆਰਿਆਂ ਨੂੰ ਵੀ ਸਾਧਨ ਕਰਨੇ ਪੈਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਐ ਗੁਰਸਿੱਖੋ, ਵਰਤ ਨੇਮ ਮੱਜਨ ਤਿਸ ਪੂਜਾ। ਵਰਤ ਆਦਿਕ ਰੱਖਣੇ, ਇਕਾਦਸ਼ੀ ਆਦਿਕ ਦਾ ਜਿਹੜੇ ਵਰਤ ਰੱਖਣੇ ਐ। ਫਿਰ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ 16 ਪ੍ਰਕਾਰ ਦੀ ਪੂਜਾ ਮੰਨੀ ਗਈ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਵਰਤ ਆਦਿਕ ਵੀ ਨਹੀਂ ਰੱਖਣੇ ਪੈਂਦੇ। ਨੇਮ ਯਮ ਨੇਮ ਆਦਿਕ ਸੰਜਮ ਵੀ ਉਹਨਾਂ ਨੂੰ ਜੀਵਨ ਵਿੱਚ ਨਹੀਂ ਧਾਰਨ ਕਰਨੇ ਪੈਂਦੇ। ਯੋਗ ਦੇ ਚਿੰਨ੍ਹ ਵੀ ਉਹਨਾਂ ਨੂੰ ਧਾਰਨ ਨਹੀਂ ਕਰਨੇ ਪੈਂਦੇ। ਫਿਰ ਪੂਜਾ ਵੀ ਨਹੀਂ ਉਹਨਾਂ ਨੂੰ ਸੰਸਾਰ ਦੀ ਤਰ੍ਹਾਂ ਦੀ ਪੂਜਾ ਵੀ ਨਹੀਂ ਕਰਨੀ ਪੈਂਦੀ। ਜੋ ਪਰਮੇਸ਼ਰ ਦਾ ਭਜਨ ਕਰਦੇ ਆ, ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਦਾ ਨਾਮ ਦਾ ਸਾਧਨ ਕੀਤਾ ਹੈ, ਮਹਾਰਾਜ ਕਹਿੰਦੇ ਨਾ ਉਹਨਾਂ ਨੂੰ ਸੰਸਾਰ ਦੇ ਅੰਦਰ ਵਰਤ ਰੱਖਣੇ ਪੈਂਦੇ ਆ, ਨਾ ਪੂਜਾ ਕਰਨੀ ਪੈਂਦੀ ਹੈ, ਨਾ ਯਮ ਨੇਮ ਆਦਿਕ ਸੰਜਮ ਕਰਨੇ ਪੈਂਦੇ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗਿਆਨ ਭਰੇ ਭਜਨ ਕਰਦੇ ਆ, ਕਿੰਨੇ ਕਿੰਨੇ ਗਿਆਨ ਦੀਆਂ ਗੱਲਾਂ, ਕਿੰਨੀਆਂ ਵਿਚਾਰਾਂ ਕਰਦੇ ਹਨ। ਉਹ ਗਿਆਨ ਪ੍ਰਾਪਤੀ ਕਰਨ ਦੇ ਵਾਸਤੇ ਉਹਨਾਂ ਨੂੰ ਵੇਦ ਵੀ ਪੜ੍ਹਨੇ ਪੈਂਦੇ ਹੋਣਗੇ। ਸਿਮਰਤੀਆਂ, ਸ਼ਾਸਤਰ, ਪੁਰਾਣ ਇਤਿਆਦਿਕ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਤੇ ਪੜ੍ਹਨਾ ਪੈਂਦਾ ਹੋਵੇਗਾ ਨਾ, ਜਾਂ ਪੜ੍ਹਦੇ ਨਹੀਂ ਤਾਂ ਸੁਣਦੇ ਤਾਂ ਜ਼ਰੂਰ ਹੋਣਗੇ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਐ ਗੁਰਸਿੱਖੋ, ਵੇਦ ਪੁਰਾਣ ਤਿੰਨ ਸਿਮਰਤ ਸੁਨੀਜਾ। ਉਹ ਜਾਣੋ ਕਿ ਇਹਨਾਂ ਦਾ ਪ੍ਰਮਾਤਮਾ ਵੱਲੋਂ ਸਭ ਕੁਝ ਸੁਣਿਆ ਗਿਆ ਹੈ। 18 ਪੁਰਾਣ, 27 ਸਿਮਰਤੀਆਂ, 4 ਵੇਦ, ਫਿਰ 6 ਸ਼ਾਸਤਰ ਇਤਿਆਦਿਕ ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਵਾਹਿਗੁਰੂ ਨੇ ਉਹਨਾਂ ਤੋਂ ਕੁਝ ਲੁਕਾ ਕਰਕੇ ਨਹੀਂ ਰੱਖਿਆ। ਸਭ ਕੁਝ ਹਸਤਾਮਲ ਸ਼ਕਤੀ ਦੀ ਤਰ੍ਹਾਂ, ਜਿਵੇਂ ਹੱਥ ਦੇ ਉੱਪਰ ਔਲਾ ਰੱਖਿਆ ਹੁੰਦਾ ਨਾ, ਸਾਰੇ ਪਾਸਿਓਂ ਨਜ਼ਰ ਆਉਂਦਾ। ਇਵੇਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਪਿਆਰੇ ਬੰਦਗੀ ਕਰਨ ਵਾਲੇ ਸਾਧੂ ਜਨਾਂ ਤੋਂ ਕੁਝ ਲੁਕਿਆ ਛਿਪਿਆ ਨਹੀਂ ਹੈ। ਹਰ ਇੱਕ ਧਾਰਮਿਕ ਗ੍ਰੰਥ ਦਾ ਗਿਆਨ, ਹਰ ਇੱਕ ਸ਼ਕਤੀ, ਹਰ ਪੱਖ ਦਾ ਗਿਆਨ, ਹਰ ਇੱਕ ਵਿਚਾਰਧਾਰਾ, ਹਰ ਪੱਖੋਂ ਪ੍ਰਮਾਤਮਾ ਨੇ ਉਹਨਾਂ ਨੂੰ ਸਭ ਕੁਝ ਸੋਝੀ ਬਖਸ਼ਿਸ਼ ਕੀਤੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਵੱਖਰੀ ਗੱਲ ਹੈ ਕਿ ਐਸੀ ਅਜਰ ਸ਼ਕਤੀ ਨੂੰ ਸਾਧੂ ਜਨ ਜਰ ਕੇ ਰੱਖਦੇ, ਕਦੇ ਜ਼ਾਹਰ ਨਹੀਂ ਹੋਣ ਦਿੰਦੇ। ਇਹ ਪ੍ਰਮਾਤਮਾ ਨੇ ਕਲਾ ਹੀ ਐਸੀ ਬਖਸ਼ਿਸ਼ ਕੀਤੀ ਹੁੰਦੀ ਹੈ। ਪਰ ਇਹ ਵੀ ਨਾਲ ਵਿਚਾਰ ਹੈ ਕਿ ਪ੍ਰਮਾਤਮਾ ਦਿੰਦਾ ਵੀ ਉਹਨਾਂ ਨੂੰ ਜਿਹੜੇ ਅਜਰ ਸ਼ਕਤੀ ਨੂੰ ਜਰਨ ਦੀ ਸਮਰੱਥਾ ਰੱਖਦੇ ਹੈ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਸ਼ਕਤੀ ਨੂੰ ਜਰਨ ਦੀ ਸਮਰੱਥਾ ਰੱਖਦੇ, ਉਹਨਾਂ ਨੂੰ ਹੀ ਵਾਹਿਗੁਰੂ ਦਿੰਦਾ ਹੈ। ਕਦੇ ਆਪਾ ਜਤਾਉਂਦੇ ਨਹੀਂ, ਸਦਾ ਨਿਮਰਤਾ ਹੀ ਧਾਰਨ ਕਰਕੇ ਰੱਖਦੇ ਹਨ। ਕਈ ਵਾਰ ਸਾਧ ਸੰਗਤ ਜੀ, ਬੁੱਧੀ ਸਾਡੀ ਮਨ ਦੀ ਬੜੀ ਹੈਰਾਨਗੀ ਹੁੰਦੀ, ਦੰਗ ਰਹਿ ਜਾਈਦਾ ਸੁਣ ਕਰਕੇ ਕਿ ਦੇਖਣ ਨੂੰ ਕਿੰਨਾ ਸਾਦਗੀ ਵਾਲਾ ਲਿਬਾਸ, ਭੋਲਾ ਭਾਲਾ ਸੁਭਾਅ, ਤੇ ਸੰਸਾਰ ਦੇ ਅੰਦਰ ਇਉਂ ਪ੍ਰਤੀਤ ਹੁੰਦਾ ਕਿ ਅਨਪੜ੍ਹ ਦੇ ਜਾਪਦੇ ਹੈ। ਪਰ ਜਦੋਂ ਸਾਧ ਸੰਗਤ ਜੀ ਗਿਆਨ ਭਰੇ ਵਚਨ ਕਰਦੇ ਹੈ ਨਾ, ਸੁਣ ਕਰਕੇ ਦੰਗ ਰਹਿ ਜਾਈਦਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਉਹਨਾਂ ਤੋਂ ਕੁਝ ਲੁਕਾ ਕਰਕੇ ਰੱਖਿਆ ਹੀ ਨਹੀਂ ਹੈ। ਸਾਰਾ ਗਿਆਨ ਵਾਹਿਗੁਰੂ ਨੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ ਹੈ। ਜੋ ਹਿਰਦਿਓ ਹੋ ਕੇ ਪ੍ਰਮਾਤਮਾ ਦੇ ਨਾਮ ਦੀ ਸਾਧਨਾ ਕਰਦੇ ਹਨ, ਉਹਨਾਂ ਨੂੰ ਦੁਨੀਆ ਦੇ ਸਾਧਨ ਕਰਨ ਦੀ ਕੋਈ ਲੋੜ ਨਹੀਂ ਪੈਂਦੀ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਹੈ, ਵੇਦ ਪੁਰਾਣ ਤਿੰਨ ਸਿਮਰਤ ਸੁਨੀਜਾ। ਇਹ ਜਾਣੋ ਕਿ ਵੇਦ ਸ਼ਾਸਤਰ ਪੁਰਾਣ ਆਦਿਕ ਸਭ ਕੁਝ ਉਹਨਾਂ ਨੇ ਸੁਣਦੇ, ਉਹਨਾਂ ਦੀ ਵਿਚਾਰਧਾਰਾ ਵੀ ਸੁਣਦਾ ਹੀ ਹੈ।
ਸਾਰਾ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ। ਸਾਧ ਸੰਗਤ ਜੀ, ਅਕਬਰ ਬਾਦਸ਼ਾਹ ਦੇ ਕੋਲ ਜਿਸ ਸਮੇਂ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲੇ ਸਨ, ਤੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ ਹੱਥ ਜੋੜ ਕਰਕੇ ਬੇਨਤੀ ਕੀਤੀ ਸੀ, ਹੇ ਮਹਾਰਾਜ, ਹੇ ਗਰੀਬ ਨਵਾਜ, ਸਤਿਗੁਰੂ ਜੀ ਅਸੀਂ ਤਾਂ ਅਨਪੜ੍ਹ ਹਾਂ, ਉਹਦੀ ਸਭਾ ਵਿੱਚ ਜਾ ਕਰਕੇ ਬਾਦਸ਼ਾਹ ਦੇ ਕੋਲ ਅਸੀਂ ਕੀ ਜਵਾਬ ਦੇਵਾਂਗੇ। ਤੇ ਮਹਾਰਾਜ ਜੀ ਨੇ ਵਚਨ ਕੀਤਾ ਸੀ, ਮੂਲ ਮੰਤਰ ਦਾ ਜਾਪ ਕਰਨਾ, ਸਭ ਰਿੱਧੀਆਂ ਸਿੱਧੀਆਂ ਕਰਾਮਾਤਾਂ, ਹਰ ਪ੍ਰਕਾਰ ਦੇ ਧਾਰਮਿਕ ਗ੍ਰੰਥ ਦਾ ਗਿਆਨ ਤੁਹਾਡੇ ਸਾਹਮਣੇ ਹੋਵੇਗਾ। ਸਭ ਸ਼ਕਤੀਆਂ ਤੁਹਾਡੀਆਂ ਦਾਸੀਆਂ ਬਣ ਕਰਕੇ ਖਲੋ ਜਾਣਗੇ। ਜੋ ਵੀ ਸ਼ਕਤੀ ਵਰਤਣੀ ਹੋਵੇ, ਜੋ ਗਿਆਨ ਵਰਤਣਾ ਹੋਵੇ, ਤੁਸਾਂ ਨੇ ਵਰਤ ਲੈਣਾ। ਪਰਮੇਸ਼ਰ ਦੇ ਨਾਮ ਦੀ ਐਸੀ ਪਰਮ ਮਹਾਨਤਾ ਹੈ। ਮਹਾਪੁਨੀਤ ਜਾ ਕਾ ਨਿਰਮਲ ਥਾਨ। ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦਾ ਹਿਰਦਾ ਰੂਪੀ ਥਾਂ ਨਿਰਮਲ ਭਾਵ ਉਜਲ ਹੋ ਗਿਆ, ਉਹਨਾਂ ਸਤਿਪੁਰਸ਼ਾਂ ਦੀ ਸੰਗਤ ਕਰਨੀ ਮਹਾ ਪੁਨੀਤ, ਮਹਾਨ ਪਵਿੱਤਰ ਹੈ। ਮਹਾਨ ਪਰਮ ਵਡਿਆਈ ਹੈ ਜੋ ਹਿਰਦੇ ਦੀ ਨਿਰਮਲਤਾਈ ਵਾਲੇ ਗੁਰਮੁਖਾਂ, ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰਨੀ ਹੈ। ਸਾਧ ਸੰਗਤ ਜਾ ਕੈ ਹਰ ਹਰ ਨਾਮ। ਸਾਧ ਸੰਗਤ ਕਰ ਕਰਕੇ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਜੁੜ ਜੁੜ ਕਰਕੇ, ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੇ ਨਿਵਾਸ ਕਰ ਦਿੱਤਾ ਹੈ, ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਕਰਨੀ ਜੀਵਨ ਦੇ ਵਿੱਚ ਸਭ ਤੋਂ ਉੱਤਮ ਹੈ। ਪ੍ਰਗਟਿਓ ਸੋ ਜਨ ਸਗਲੇ ਭਵਨ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ, ਜਾਣੋ ਕਿ ਉਹਨਾਂ ਨੇ ਸਭ ਥਾਵਾਂ ਤੇ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਸਤਿਪੁਰਸ਼ਾਂ ਦਾ ਸਭ ਥਾਵਾਂ ਤੇ ਪ੍ਰਤਾਪ ਪ੍ਰਗਟ ਕਰ ਦਿੱਤਾ ਹੈ। ਕਿਉਂਕਿ ਪਰਮਾਤਮਾ ਦੀ ਬਖਸ਼ੀ ਹੋਈ ਐਸੀ ਅਮੋਲਕ ਦਾਤ ਹੈ। ਵਾਹਿਗੁਰੂ ਦੇ ਪਿਆਰੇ ਭਾਵੇਂ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦੇ ਹੈ, ਅਜਰ ਸ਼ਕਤੀ ਨੂੰ ਜਰ ਕਰਕੇ ਰੱਖਣ ਦਾ ਯਤਨ ਕਰਦੇ ਹਨ, ਪਰ ਜਿਵੇਂ ਸੂਰਜ ਚੜ੍ਹਨੇ ਤੋਂ ਸਾਧ ਸੰਗਤ ਜੀ ਪ੍ਰਕਾਸ਼ ਹੋ ਹੀ ਜਾਂਦਾ ਹੈ, ਤਿਵੇਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਪਿਆਰੇ ਭਗਤ ਦਾ, ਬੰਦਗੀ ਕਰਨ ਵਾਲੇ ਸਤਿਪੁਰਸ਼ ਦਾ ਪ੍ਰਤਾਪ ਜ਼ਾਹਰ ਹੋ ਹੀ ਜਾਣਾ ਕਰਦਾ ਹੈ। ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਸੂਰਜ ਚੜ੍ਹਨੇ ਨਾਲ ਪ੍ਰਕਾਸ਼ ਹੁੰਦਾ, ਇਵੇਂ ਪਰਮੇਸ਼ਰ ਦੇ ਪਿਆਰੇ ਦਾ ਪ੍ਰਤਾਪ ਸਭ ਥਾਵਾਂ ਦੇ ਪ੍ਰਗਟ ਹੋ ਹੀ ਜਾਣਾ ਕਰਦਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਾਪੈ। ਹਜੂਰ ਕਹਿੰਦੇ ਵਾਹਿਗੁਰੂ ਦਾ ਪਿਆਰਾ ਛੁਪਿਆ ਨਹੀਂ ਰਹਿ ਸਕਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਪ੍ਰਗਟਿਓ ਸੋ ਜਨ ਸਗਲੇ ਭਵਨ। ਸਭ ਭਵਨਾਂ ਦੇ ਵਿੱਚ, ਸਭ ਘਰਾਂ ਘਰਾਂ ਦੇ ਵਿੱਚ, ਸਭ ਥਾਵਾਂ ਤੇ ਵਾਹਿਗੁਰੂ ਦੇ ਪਿਆਰੇ ਦਾ ਪ੍ਰਤਾਪ ਪ੍ਰਗਟ ਹੋ ਰਿਹਾ ਹੈ। ਪਤਿਤ ਪੁਨੀਤ ਤਾਕੀ ਪਗਰੇ ਨਾ। ਐਸੇ ਭਲੇ ਪੁਰਸ਼ਾਂ ਦੀ ਚਰਨ ਧੂੜ ਮਿਲ ਜਾਵੇ ਤੇ ਪਤਿਤ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ, ਪਾਪੀਆਂ ਦਾ ਵੀ ਉਧਾਰ ਹੋ ਜਾਂਦਾ ਹੈ। ਜਾ ਕਉ ਭੇਟਿਓ ਹਰ ਹਰ ਰਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਰਾਏ ਪ੍ਰਕਾਸ਼ ਸਰੂਪ, ਰਾਏ ਰਾਜਾ ਰੂਪ ਪਰਮੇਸ਼ਰ ਦੇ ਨਾਲ ਮਿਲਣਾ ਕੀਤਾ ਹੈ। ਤਾਕੀ ਗਾਤਮਿਤ ਕਥਨ ਨਾ ਜਾਏ। ਉਹਨਾਂ ਦੀ ਜਿਹੜੀ ਗਤੀ ਹੈ ਨਾ, ਜੀਵਨ ਦੀ ਮਰਜ਼ਾਦਾ, ਉਹਨੂੰ ਮਿੱਤੀ ਨਹੀਂ ਜਾ ਸਕਦੀ। ਉਹਨਾਂ ਦੀ ਗਤ ਮਰਜ਼ਾਦਾ ਨੂੰ, ਉਹਨਾਂ ਦੇ ਹਿਰਦੇ ਦੀ ਅਵਸਥਾ ਨੂੰ ਕਥਨ ਕੀਤਾ ਹੀ ਨਹੀਂ ਜਾ ਸਕਦਾ। ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਪਰ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਨੂੰ ਕੋਈ ਕਥਨ ਕਰ ਨਹੀਂ ਸਕਦਾ। ਆਠ ਪਹਿਰ ਕਰ ਜੋੜ ਧਿਆਵਾ। ਆਠ ਪਹਿਰ ਕਰ ਜੋੜ ਧਿਆਵੋ। ਇਸ ਲਈ ਮਹਾਰਾਜ ਕਹਿੰਦੇ ਅੱਠੇ ਪਹਿਰ ਹੱਥ ਜੋੜ ਕਰਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੇ ਸਨਮੁਖ ਹੋ ਕਰਕੇ ਸਾਨੂੰ ਨਮਸਕਾਰ ਕਰਨੀ ਚਾਹੀਦੀ ਹੈ। ਆਠ ਪਹਿਰ ਕਰ ਜੋੜ ਧਿਆਵੋ, ਅਥਵਾ ਵਾਹਿਗੁਰੂ ਦੇ ਪਿਆਰੇ ਮਨ ਬੁੱਧ ਰੂਪ ਹੱਥ ਜੋੜ ਕੇ ਅੱਠੇ ਪਹਿਰ ਪਰਮੇਸ਼ਰ ਦੇ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦੀ ਧਿਆਵਨਾ ਕਰਦੇ ਹਨ। ਪਰਮੇਸ਼ਰ ਦੇ ਨਾਮ ਨੂੰ ਧਿਆਵਦੇ ਹੈ। ਹਰ ਸਮੇਂ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦਾ ਨਾਮ ਜਪਦੇ ਹਨ। ਉਨ ਸਾਦਾ ਕਾ ਦਰਸ਼ਨ ਪਾਵਾ। ਹੇ ਮਹਾਰਾਜ, ਆਠ ਪਹਿਰ ਕਰ ਜੋੜ ਧਿਆਵੋ। ਜੋ ਆਪ ਜੀ ਦੇ ਪਿਆਰੇ ਅੱਠੇ ਪਹਿਰ ਮਹਾਰਾਜ ਤੁਹਾਡੇ ਨਾਮ ਨੂੰ ਧਿਆਵਦੇ ਹਨ, ਉਹਨਾਂ ਸਾਧੂ ਜਨਾਂ ਦਾ ਮਹਾਰਾਜ ਸਾਨੂੰ ਜੀਵਨ ਦੇ ਵੀ ਦਰਸ਼ਨ ਪ੍ਰਾਪਤ ਹੋ ਜਾਵੇ।
ਕਿਉਂਕਿ ਦਰਸ਼ਨ ਕਰਨੇ ਮਾਤਰ ਹੀ ਸਾਧ ਸੰਗਤ ਜੀ ਮਹਾਨ ਜੀਵ ਨੂੰ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਅਤੇ ਸੰਗਤ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਪਿਆਰ ਦੇ ਨਾਲ ਦਰਸ਼ਨ ਵੀ ਪ੍ਰਾਪਤ ਹੋ ਜਾਣ, ਮਹਾਰਾਜ ਕਹਿੰਦੇ ਮਹਾਨ ਜੀਵ ਨੂੰ ਬਰਕਤਾਂ ਪ੍ਰਾਪਤ ਹੋ ਜਾਂਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਉਨ ਸਾਧਾ ਕਾ ਦਰਸ਼ਨ ਪਾਵੋ, ਐਸੀ ਕਿਰਪਾ ਕਰੋ ਨਾ ਸਾਧੂ ਜਨਾਂ ਦਾ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲਿਆਂ ਦਾ, ਭਲੇ ਪੁਰਸ਼ਾਂ ਦਾ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਗਰੀਬ ਨੂੰ, ਨਿਮਾਣੇ ਨੂੰ ਐਸੀ ਸਾਡੇ ਤੇ ਮਹਾਰਾਜ ਕਿਰਪਾ ਕਰ ਦੇਵੋ ਜੀ। ਨਾਨਕ ਆਏ ਪਏ ਸਰਣਾਏ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਸਿੱਖੋ ਇਉਂ ਪਿਆਰ ਦੇ ਵਿੱਚ ਭਿੱਜ ਕੇ ਬੇਨਤੀ ਕਰੋ, ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਅਸੀਂ ਆਏ ਹਾਂ, ਐਸੀ ਸਾਡੇ ਤੇ ਕਿਰਪਾ ਕਰੋ, ਐਸੀ ਸਾਡੇ ਤੇ ਬਖਸ਼ਿਸ਼ ਕਰ ਦੇਵੋ। ਮਹਾਰਾਜ ਆਪਣੇ ਪਿਆਰਿਆਂ ਸਾਧੂ ਜਨਾਂ ਦੀ ਸੰਗਤ ਕਿਰਪਾ ਕਰਕੇ ਸਾਨੂੰ ਬਖਸ਼ੋ। ਭਲੇ ਪੁਰਸ਼ਾਂ ਦੀ, ਨਾਮ ਜਪਣ ਵਾਲਿਆਂ, ਗੁਰਮੁਖ ਪਿਆਰਿਆਂ ਦੀ ਮਹਾਰਾਜ ਜੀਵਨ ਵਿੱਚ ਸੰਗਤ ਬਖਸ਼ਿਸ਼ ਕਰੋ, ਜਿਸ ਕਰਕੇ ਅਸੀਂ ਵੀ ਆਪਣੇ ਜੀਵਨ ਦਾ ਉਧਾਰ ਕਰ ਸਕੀਏ। ਮਹਾਰਾਜ ਹਿਰਦੇ ਹੋ ਕੇ ਪਿਆਰ ਵਿੱਚ ਭਿੱਜ ਕੇ ਆਪ ਜੀ ਦੀ ਯਾਦ ਵਿੱਚ ਜੁੜ ਸਕੀਏ। ਆਸਾ ਮਹੱਲਾ ਪੰਜਵਾ। ਆਠ ਪਹਿਰ ਉਦਕ ਇਸਨਾਨੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਇੱਕ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਕਰ ਰਹੇ ਸਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ ਕਿ ਇੱਕ ਸਾਧ ਸੰਗਤ ਜੀ ਬ੍ਰਾਹਮਣ ਉੱਥੇ ਬੈਠਾ ਹੋਇਆ, ਜੋ ਸਾਲਗ੍ਰਾਮ ਦੀ ਪੂਜਾ ਕਰਦਾ ਪਿਆ ਸੀ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਸਿੱਖਾਂ ਦੇ ਸਹਿਤ ਹੋ ਕਰਕੇ ਪਰਿਕਰਮਾ ਕਰ ਰਹੇ ਨੇ, ਤੇ ਹਜੂਰ ਜਦੋਂ ਪਰਿਕਰਮਾ ਕਰਿਆ ਕਰਦੇ ਕਿਸੇ ਨਾਲ ਬਚਨ ਨਹੀਂ ਸਨ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਪਰਿਕਰਮਾ ਕਰ ਰਹੇ, ਤੇ ਉਹ ਜਿਹੜਾ ਬੈਠਾ ਹੋਇਆ ਸਾਲਗ੍ਰਾਮ ਪੱਥਰ ਦੀ ਪੂਜਾ ਕਰਦਾ ਪਿਆ ਸੀ ਨਾ, ਤੇ ਹਜੂਰ ਨੂੰ ਦੇਖ ਕਰਕੇ ਬੜੇ ਉਹਨੇ ਕੌੜੇ ਬਚਨ ਬੋਲੇ। ਕਹਿੰਦਾ ਜੀ ਨਾ ਤਾਂ ਮੇਰੇ ਕੋਲ ਆ ਕੇ ਕੋਈ ਇਹਨਾਂ ਨੇ ਸਿਫਰ ਦਾ ਬਚਨ ਕੀਤਾ, ਤੇ ਨਾ ਹੀ ਸਾਲਗ੍ਰਾਮ ਦੀ ਪੂਜਾ ਕਰਦਿਆਂ ਹੋਏ ਇਹਨਾਂ ਨੇ ਸੀਸ ਝੁਕਾਇਆ, ਨਾ ਇਹਦੀ ਪੂਜਾ ਦੇ ਵਿੱਚ ਆ ਕਰਕੇ ਸੇਵਾ ਦਾ ਯੋਗ ਜਾਣ ਪਾਇਆ। ਤੇ ਮਹਾਰਾਜ ਜੀ ਦੇ ਪ੍ਰਥਾਈ ਨੇ ਬੜੇ ਕੌੜੇ ਤੇ ਅਪਸ਼ਬਦ ਬੋਲਣ ਲੱਗ ਪਿਆ। ਸਿੱਖਾਂ ਨੇ ਮਹਾਰਾਜ ਜੀ ਨੂੰ ਦੱਸਿਆ, ਤੇ ਹਜੂਰ ਫੇਰ ਪਰਿਕਰਮਾ ਕਰਕੇ ਦੁਬਾਰਾ ਫੇਰ ਉੱਥੇ ਆਏ, ਤੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਕਹਿਣ ਲੱਗ ਪਿਆ, ਕਹਿੰਦਾ ਜੀ ਤੁਸੀਂ ਜੋ ਆਪਣੀ ਪੂਜਾ ਕਰਾਉਂਦੇ ਹੋ, ਮਹਾਰਾਜ ਮੈਂ ਸਾਲਗ੍ਰਾਮ ਦੀ ਪੂਜਾ ਕਰ ਰਿਹਾ ਸੀ, ਤੁਸੀਂ ਕਿਉਂ ਨਹੀਂ ਇਹਦੀ ਪੂਜਾ ਵਿੱਚ ਹਾਜ਼ਰ ਹੋਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਅਸੀਂ ਵੀ ਸਾਲਗ੍ਰਾਮ ਦੀ ਪੂਜਾ ਕਰਦੇ ਹਾਂ। ਹੈ ਮਹਾਰਾਜ ਤੁਸੀਂ ਕਿਹੜਾ ਸਾਲਗ੍ਰਾਮ ਦੀ ਪੂਜਾ ਕਰਦੇ ਹੋ? ਮੈਂ ਤਾਂ ਕਦੇ ਦੇਖਿਆ ਨਹੀਂ, ਕਿਹੜੇ ਪੱਥਰ ਦੀ ਤੁਸੀਂ ਪੂਜਾ ਕਰਦੇ ਹੋ? ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਸ਼ਬਦ ਰਾਹੀਂ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਲਗ੍ਰਾਮ ਜਿਹੜਾ ਪੱਥਰ ਹੈ, ਇਹਦੀ ਕਥਾ ਦੇ ਬਾਬਤ ਜ਼ਿਕਰ ਆਉਂਦਾ ਹੈ ਕਿ ਜਿਹੜਾ ਜਲੰਧਰ ਦੈਂਤ ਸੀ ਨਾ, ਬੜਾ ਬਲਵਾਨ ਸੀ, ਬੜਾ ਆਤਮਿਕ ਸ਼ਕਤੀ ਵਾਲਾ ਸੀ। ਇੰਨਾ ਬਲੀ ਸੀ ਕਿ ਉਹ ਕਿਸੇ ਤੋਂ ਜਿੱਤਿਆ ਨਹੀਂ ਸੀ ਜਾਂਦਾ। ਸ਼ਿਵ ਜੀ ਦੇ ਨਾਲ ਇੱਕ ਵਾਰ ਸਾਧ ਸੰਗਤ ਜੀ ਵਾਰਤਾਲਾਪ ਹੋਇਆ, ਕੋਈ ਵਿਚਾਰ ਚਰਚਾ ਹੋਈ, ਤੇ ਫਿਰ ਜਲੰਧਰ ਦੈਂਤ ਨੇ ਸਾਧ ਸੰਗਤ ਜੀ ਅੱਗੋਂ ਨੂੰ ਲਲਕਾਰਿਆ ਸੀ। ਕਹਿਣ ਲੱਗਾ ਕਿ ਜੋ ਤੇਰੀ ਘਰ ਵਾਲੀ ਪਾਰਵਤੀ ਇਹਨੂੰ ਸ਼ਿੰਗਾਰ ਕੇ ਕਹਿੰਦਾ ਮੇਰੇ ਕੋਲ ਭੇਜ ਦੇ, ਨਹੀਂ ਤੇ ਮੇਰੇ ਨਾਲ ਯੁੱਧ ਕਰ। ਜਾਂ ਤਾਂ ਮੇਰੇ ਕੋਲ ਸ਼ਿੰਗਾਰ ਕੇ ਉਹਨੂੰ ਹਾਰ ਸ਼ਿੰਗਾਰ ਕਰਕੇ ਭੇਜ, ਨਹੀਂ ਤੇ ਮੇਰੇ ਨਾਲ ਯੁੱਧ ਕਰ, ਮੈਦਾਨੇ ਜੰਗ ਦੇ ਵਿੱਚ ਮੇਰੇ ਨਾਲ ਯੁੱਧ ਕਰਕੇ ਮੈਨੂੰ ਜਿੱਤ ਲੈ, ਤਾਂ ਮੈਂ ਹਾਰ ਮੰਨਾਂਗਾ। ਤੇ ਸਾਧ ਸੰਗਤ ਜੀ ਫਿਰ ਲੰਬਾ ਸਮਾਂ ਆਪੋ ਵਿੱਚ ਯੁੱਧ ਹੁੰਦਾ ਰਿਹਾ ਸੀ ਜਲੰਧਰ ਦੈਂਤ ਦੇ ਨਾਲ, ਤੇ ਸ਼ਿਵ ਜੀ ਤੋਂ ਜਿੱਤਿਆ ਨਹੀਂ ਸੀ ਗਿਆ। ਫਿਰ ਬ੍ਰਹਮਾ ਜੀ ਪਾਸ ਵੀ ਗਿਆ, ਦੇਵੀ ਦੇਵਤਿਆਂ ਪਾਸ ਗਿਆ, ਤੇ ਸਾਰਿਆਂ ਨੇ ਮਿਲ ਕਰਕੇ ਵੀ ਯੁੱਧ ਕਰ ਲਿਆ। ਇੰਨਾ ਬਲੀ ਸੀ ਜਲੰਧਰ ਦੈਂਤ, ਕਿਸੇ ਤੋਂ ਜਿੱਤਿਆ ਨਹੀਂ ਸੀ ਜਾਂਦਾ। ਆਖਰਕਾਰ ਵਿਸ਼ਨੂੰ ਭਗਵਾਨ ਦੇ ਕੋਲ ਜਾ ਕੇ ਫਰਿਆਦ ਕੀਤੀ, ਯੁੱਧ ਕਰ ਕਰਕੇ ਥੱਕ ਹਾਰ ਗਏ, ਤਾਂ ਵੀ ਜਿੱਤਿਆ ਨਾ ਗਿਆ। ਤੇ ਫਿਰ ਸਾਧ ਸੰਗਤ ਜੀ ਨੀਤੀ ਦੇ ਨਾਲ ਕਹਿੰਦੇ ਕਿ ਇਹ ਸਾਰਾ ਜਿਹੜਾ ਬਲ ਹੈ ਨਾ, ਇਹਦੇ ਸੱਤ ਕਰਕੇ ਹੈ। ਇਹਦਾ ਸੱਤ ਜਿਹੜਾ ਪਰਪੱਕ ਹੈ, ਜਦ ਸਰ ਦੇ ਵਿੱਚ ਪਰਪੱਕ ਰਹਿੰਦਾ ਤਾਂ ਇਹ ਇੰਨਾ ਜ਼ਿਆਦਾ ਬਲਵਾਨ, ਕਿਸੇ ਤੋਂ ਜਿੱਤਿਆ ਨਹੀਂ ਜਾਣਾ। ਜੇ ਇਹਦਾ ਸੱਤ ਭੰਗ ਕਰ ਦਿੱਤਾ ਜਾਵੇ ਨਾ, ਤਾਂ ਫਿਰ ਇਹਦੇ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਤੇ ਸਾਧ ਸੰਗਤ ਜੀ ਜੋ ਜਲੰਧਰ ਦੈਂਤ ਦਾ ਰੂਪ ਧਾਰਨ ਕਰਕੇ ਜਿਹੜੀ ਬਰਿੰਦਾ ਰਾਖਸ਼ਣੀ ਸੀ ਨਾ, ਜਲੰਧਰ ਦੈਂਤ ਦੀ ਘਰ ਵਾਲੀ, ਉਹਦਾ ਸੱਤ ਭੰਗ ਕੀਤਾ ਸੀ ਵਿਸ਼ਨੂੰ ਭਗਵਾਨ ਨੇ ਜਾ ਕਰਕੇ।
ਜਦੋਂ ਇਹ ਰਾਖਸ਼ ਦਾ ਜਲੰਧਰ ਦੈਂਤ ਦਾ ਰੂਪ ਧਾਰਨ ਕੀਤਾ, ਸਾਧ ਭੰਗ ਕਰ ਦਿੱਤਾ, ਤਾਂ ਫਿਰ ਸਾਧ ਸੰਗਤ ਜੀ ਉਹ ਦੈਂਤ ਜਿੱਤਿਆ ਗਿਆ ਸੀ। ਪਰ ਉਸ ਸਮੇਂ ਜਦੋਂ ਪਤਾ ਲੱਗ ਗਿਆ ਨਾ ਬਰਿੰਦਾ ਰਾਖਸ਼ਣੀ ਨੂੰ, ਉਹਨੇ ਸਰਾਪ ਦਿੱਤਾ ਸੀਗਾ। ਕਹਿਣ ਲੱਗੀ ਕਿ ਤੂੰ ਜਾ ਕਰਕੇ ਪੱਥਰ ਬਣ, ਮੇਰੇ ਸਾਧ ਨੂੰ ਭੰਗ ਕੀਤਾ ਹੈ, ਤੂੰ ਮੇਰੇ ਪਤੀ ਦਾ ਰੂਪ ਧਾਰਨ ਕਰਕੇ ਮੇਰਾ ਸਾਧ ਭੰਗ ਕਰ ਦਿੱਤਾ ਹੈ, ਜਾਂ ਤੂੰ ਪੱਥਰ ਬਣ, ਤੈਨੂੰ ਮੈਂ ਸਰਾਪ ਦਿੰਦੀ ਹਾਂ। ਤੇ ਸਾਧ ਸੰਗਤ ਜੀ ਉਹ ਜਿਹੜਾ ਪੱਥਰ ਦਾ ਰੂਪ ਧਾਰਨ ਕੀਤਾ ਸੀ ਵਿਸ਼ਨੂੰ ਜੀ ਨੇ, ਉਹ ਜ਼ਿਕਰ ਆਉਂਦਾ ਕਿ ਗੰਡਕਾ ਨਦੀ ਦੇ ਵਿੱਚੋਂ ਇਹ ਪਤਲੇ ਜਿਹੇ ਆਕਾਰ ਦੇ ਜਿਹੜੇ ਪੱਥਰ ਨਿਕਲਦੇ ਹਨ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੂ ਮਤ ਦੇ ਵਿੱਚ ਉਹ ਸਮੇਂ ਤੋਂ ਇਹਨਾਂ ਦਾ ਪੂਜਨ ਕੀਤਾ ਜਾ ਰਿਹਾ ਹੈ। ਇਹ ਸਾਧ ਸੰਗਤ ਜੀ ਦੀ ਸਾਲਗ੍ਰਾਮ ਦੀ ਕਥਾ ਆਉਂਦੀ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਉਸ ਬ੍ਰਾਹਮਣ ਦੇ ਬੇਨਤੀ ਕਰਨੇ ਤੇ ਉਪਦੇਸ਼ ਦਿੱਤਾ ਹੈ। ਇਹ ਸ਼ਬਦ ਰਾਹੀਂ ਸਤਿਗੁਰਾਂ ਨੇ ਸਮਝਾਇਆ ਕਿ ਅਸੀਂ ਕਿੱਦਾਂ ਦਾ ਪੂਜਨ ਕਰਦੇ ਹਾਂ। ਮਹਾਰਾਜ ਕਹਿੰਦੇ ਅਸੀਂ ਵੀ ਪੂਜਾ ਕਰਦੇ ਪਏ। ਮਹਾਰਾਜ ਕਿੱਦਾਂ ਦੀ ਪੂਜਾ ਕਰਦੇ ਹੋ? ਹਜੂਰ ਦੱਸਦੇ ਹਨ, ਆਠ ਪਹਿਰ ਉਦਕ ਇਸਨਾਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜੋ ਪਰਮਾਤਮਾ, ਜੋ ਭਗਵਾਨ, ਜੋ ਸਾਲਗ੍ਰਾਮ ਰੂਪ ਹੋ ਕਰਕੇ ਪਰਮੇਸ਼ਰ ਅੱਠੇ ਪਹਿਰ, ਜੋ ਸਭ ਸੰਸਾਰ ਭਰ ਦੇ ਜੀਵਾਂ ਰੂਪ ਹੋ ਕਰਕੇ ਪਰਮਾਤਮਾ ਇਸ਼ਨਾਨ ਕਰਦਾ ਪਿਆ, ਅੱਠੇ ਪਹਿਰ, ਜੋ ਪ੍ਰੇਮ ਦੇ ਨਾਲ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਨਾ ਹੈ, ਇਹ ਜਾਣੋ ਕਿ ਪਰਮਾਤਮਾ ਭਗਵਾਨ ਦਾ ਇਸ਼ਨਾਨ ਹੈ। ਅੱਠੇ ਪਹਿਰ ਪਰਮੇਸ਼ਰ ਦਾ ਪੂਜਨ ਕਰਦੇ ਹੈ। ਉਦਕ ਇਸ਼ਨਾਨੇ, ਪ੍ਰੇਮ ਰੂਪ ਜਲ ਦੇ ਵਿੱਚ ਪਰਮਾਤਮਾ ਅੱਠੇ ਪਹਿਰ ਇਸ਼ਨਾਨ ਕਰ ਰਿਹਾ ਹੈ। ਸਤ ਹੀ ਭੋਗ ਲਗਾਏ ਸੋ ਗਿਆਨੀ। ਤੇ ਕਹਿਣ ਲੱਗਾ ਮਹਾਰਾਜ ਅਸੀਂ ਠਾਕੁਰਾਂ ਦੇ ਜਿਵੇਂ ਪੂਜਨ ਕਰਦੇ ਹਾਂ, ਭੋਗ ਵੀ ਲਗਵਾਉਂਦੇ ਹਾਂ ਮਹਾਰਾਜ, ਪੱਥਰਾਂ ਦੇ ਅੱਗੇ ਰੱਖ ਕਰਕੇ, ਸਾਲਗ੍ਰਾਮ ਦਾ ਭਗਵਾਨ ਦੇ ਅੱਗੇ ਰੱਖ ਕੇ ਅਸੀਂ ਭੋਗ ਵੀ ਲਗਾਉਂਦੇ ਹਾਂ। ਤੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਸਦ ਹੀ ਭੋਗ ਲਗਾਏ ਸੋ ਗਿਆਨੀ। ਸੋ ਗਿਆਨੀ ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ, ਸੋ ਗਿਆਨੀ, ਅਥਵਾ ਵਿਸ਼ੇਸ਼ ਕਰਕੇ ਜੋ ਪਰਮਾਤਮਾ ਗਿਆਨਵਾਨ ਹੈ, ਵਿਸ਼ੇਸ਼ ਕਰਕੇ ਸਭ ਦੇ ਦਿਲਾਂ ਦੀ ਜਾਣਨਹਾਰਾ ਹੈ, ਉਸ ਪਰਮਾਤਮਾ ਨੂੰ ਪਿਆਰ ਦੇ ਵਿੱਚ ਭਿੱਜ ਕੇ ਜੋ ਗੁਰਮੁਖ ਜਨ ਮੁਖ ਦੇ ਵਿੱਚ ਗਰਾਹੀ ਪਾਉਂਦੇ, ਜਾਣੋ ਕਿ ਪਰਮਾਤਮਾ ਭੋਗ ਲਗਾਉਂਦਾ ਪਿਆ ਹੈ। ਐਸੀ ਸਾਧ ਸੰਗਤ ਜੀ ਗੁਰੂ ਘਰ ਦੀ ਮਰਜ਼ਾਦਾ ਵੀ ਹੈ ਕਿ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਨਾ, ਸ਼ਬਦ ਦਾ ਜਾਪ ਕਰਨਾ, ਮੂਲ ਮੰਤਰ ਦਾ ਜਾਪ ਕਰ ਲੈਣਾ, ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲੈਣਾ, ਜਾਂ ਫਿਰ ਸਾਧ ਸੰਗਤ ਜੀ ਸ਼ਬਦ ਪੜ੍ਹਿਆ ਜਾਂਦਾ ਸ਼ਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਜੇ ਜੋ ਮੁਖ ਵਿੱਚ ਗਰਾਹੀ ਪਾਉਣ ਤੋਂ ਪਹਿਲਾਂ ਸਾਧ ਸੰਗਤ ਜੀ ਅਰਦਾਸ ਕੀਤੀ ਜਾਂਦੀ ਹੈ। ਤੇ ਜੋ ਵਿਸ਼ੇਸ਼ ਕਰਕੇ ਗੁਰੂ ਘਰ ਦੀ ਮਰਜ਼ਾਦਾ ਹੈ, ਭਾਵੇਂ ਲੰਗਰ ਪ੍ਰਸ਼ਾਦ ਹੈ, ਚਾਹੇ ਕੜਾ ਪ੍ਰਸ਼ਾਦ ਦੀ ਦੇਗ ਹੈ, ਜੋ ਸਜਾ ਕੇ ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰ ਕਰਕੇ ਫਿਰ ਗੁਰਸਿੱਖ ਬੜੇ ਪਿਆਰ ਅਦਬ ਦੇ ਨਾਲ ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਦੇ ਹਨ। ਹੱਥ ਵਿੱਚ ਸ੍ਰੀ ਸਾਹਿਬ ਲੈ ਕਰਕੇ ਜੋ ਸਾਧ ਸੰਗਤ ਜੀ ਦੇਗੀਆ ਸਿੰਘ ਜਾਂ ਫਿਰ ਲਾਂਗਰੀ ਸਿੰਘ ਜੋ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਨੂੰ ਜਾਂ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਵਣਾ ਕਰਦਾ, ਗੁਰਸਿੱਖ ਅਰਦਾਸ ਕਰਦੇ ਹਜ਼ੂਰ ਦੇ ਸਨਮੁਖ ਹੋ ਕਰਕੇ ਬੇਨਤੀ ਕਰਦੇ, ਮਹਾਰਾਜ हे ਸਤਿਗੁਰੂ ਜੀ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਇਹ ਲੰਗਰ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ। ਸਤਿਗੁਰੂ ਜੀ ਤਿਆਰੀ ਕਰਦਿਆਂ, ਗੁਰਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅਗਾਂਹ ਵਾਸਤੇ ਸੋਝੀ ਬਖਸ਼ਿਸ਼ ਕਰਨੀ। ਕਿਰਪਾ ਕਰੋ ਮਹਾਰਾਜ, हे ਗਰੀਬ ਨਵਾਜ, ਕਰੀ ਪਾਕ ਸਰ ਸੋਝ ਪਵਿੱਤਰਾ, ਹੁਣ ਲਾਵਹ ਭੋਗ ਹਰ ਰਾਏ। ਸਤਿਗੁਰੂ ਜੀ ਆਪ ਕਿਰਪਾ ਕਰਕੇ ਭੋਗ ਲਗਾਓ, ਸੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਇਹ ਗੁਰਸਿੱਖ ਗੁਰੂ ਚਰਨਾਂ ਵਿੱਚ ਅਰਦਾਸ ਬਿਨੈ ਕਰਦੇ ਹਨ। ਤੇ ਸਾਧ ਸੰਗਤ ਜੀ ਇਹ ਗੁਰੂ ਘਰ ਦੀ ਮਰਜ਼ਾਦਾ ਹੈ ਤੇ ਇਹ ਸਾਨੂੰ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਟੂਕ ਮਾਤਰ ਬੇਨਤੀ ਕਰ ਦੇਵਾਂ ਕਿ ਕਈ ਵਾਰ ਘਰਾਂ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਨਾ, ਵਿਆਹਾਂ ਸ਼ਾਦੀਆਂ ਦਾ, ਤੇ ਬਹੁਤ ਸਾਰੇ ਮਹਿਮਾਨ, ਰਿਸ਼ਤੇਦਾਰ, ਸਕੇ ਸੰਬੰਧੀ ਆਏ ਹੁੰਦੇ ਨੇ। ਤੇ ਸਾਧ ਸੰਗਤ ਜੀ ਭੋਗ ਕਿਹੋ ਜਿਹੇ ਲੰਗਰ ਪ੍ਰਸ਼ਾਦ ਦਾ ਸਤਿਗੁਰੂ ਜੀ ਨੂੰ ਲਗਾਇਆ ਜਾਂਦਾ ਹੈ। ਜਿਹੜੇ ਕਿਲੋ ਤੰਬਾਕੂ ਖਾਂਦੇ, ਕਿੰਨਾ ਤੰਬਾਕੂ, ਜਰਦਾ ਆਦਿਕ ਨਸ਼ਿਆਂ ਦਾ ਸੇਵਨ ਕਰਦੇ, ਉਹਨਾਂ ਦੇ ਹੱਥਾਂ ਦੇ ਬਣਾਏ ਹੋਏ ਪਕਵਾਨ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਭੇਟ ਕਰਦੇ ਹਾਂ।
ਜਿਹੜੀ ਕਿ ਮਨ ਮੱਤ ਹੈ। ਇਹ ਗੁਰਮਤਿ ਦਾ ਅਸੂਲ ਨਹੀਂ ਹੈ, ਇਹ ਸਿੱਖੀ ਦਾ ਅਸੂਲ ਨਹੀਂ ਹੈ ਕਿ ਇੱਕ ਨਸ਼ੇ ਕਰਨ ਵਾਲੇ ਨਸ਼ੇੜੀ ਬੰਦੇ ਦੇ ਹੱਥੋਂ ਪਕਵਾਨ ਤਿਆਰ ਕਰਕੇ ਤੇ ਸਤਿਗੁਰੂ ਜੀ ਨੂੰ ਕਹਿਣਾ ਮਹਾਰਾਜ ਭੋਗ ਲਗਾਓ। ਬਹੁਤਾਰ ਦੇ ਵਿੱਚ ਤਾਂ ਆਪਾਂ ਭੋਗ ਲਗਾਉਣ ਵਾਸਤੇ ਵੀ ਬੇਨਤੀ ਨਹੀਂ ਕਰਦੇ ਮਹਾਰਾਜ ਦਰ ਪ੍ਰਵਾਨ ਹੋਵੇ ਕਿ ਮਹਾਰਾਜ ਛਕ ਲਓ ਤੁਹਾਡੇ ਕੋਲ ਰੱਖਿਆ। ਪਰ ਇੱਦਾਂ ਦੇ ਸਾਧ ਸੰਗਤ ਜੀ ਕਿਸੇ ਮਹਿਮਾਨ ਨੂੰ, ਰਿਸ਼ਤੇਦਾਰ ਨੂੰ, ਘਰ ਆਏ ਨੂੰ ਵੀ ਨਹੀਂ ਕਹਿੰਦੇ ਆਪਾਂ, ਉਹਦਾ ਵੀ ਅਸੀਂ ਸਤਿਕਾਰ ਕਰਦੇ ਹਾਂ। ਕੋਈ ਸਖਾ ਸੰਬੰਧੀ ਪ੍ਰੇਮੀ ਚੱਲ ਕੇ ਆਇਆ ਹੋਵੇ ਉਹਨੂੰ ਵੀ ਸਗੋਂ ਸਤਿਕਾਰ ਕਰੀਦਾ ਹੈ। ਆਓ ਜੀ ਬੜੇ ਪਿਆਰ ਦੇ ਨਾਲ ਛਕੋ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਦਰ ਪ੍ਰਵਾਨ ਹੋਵੇ, ਇਹ ਸਾਧ ਸੰਗਤ ਜੀ ਯੋਗ ਨਹੀਂ ਹੈ। ਵਿਚਾਰਨ ਵਾਲੀ ਗੱਲ ਹੈ ਕਿ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਸਾਰੀ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜੂਰ ਸਾਡੇ ਘਰ ਦੇ ਵਿੱਚ ਮੁਬਾਰਕ ਚਰਨ ਪਾ ਕਰਕੇ ਮਹਾਰਾਜ ਪਵਿੱਤਰ ਕਰਦੇ ਹੈ। ਸਤਿਗੁਰੂ ਜੀ ਸਾਡਾ ਭਲਾ ਕਰਨ ਵਾਸਤੇ ਮਹਾਰਾਜ ਚੱਲ ਕਰਕੇ ਆਉਂਦੇ ਹੈ। ਤੇ ਕੀ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਪਿਆਰ ਦੇ ਨਾਲ ਗੁਰਸਿੱਖ ਕੋਈ ਬੀਬੀ ਚਾਹੇ ਸਿੱਖ ਹੈ, ਪਿਆਰ ਦੇ ਨਾਲ ਸੁਚਮਤਾ ਨਾਲ ਲੰਗਰ ਪ੍ਰਸ਼ਾਦ ਤਿਆਰ ਕਰਕੇ ਸਤਿਗੁਰੂ ਜੀ ਨੂੰ ਭੋਗ ਲਗਵਾਇਆ ਜਾਵੇ? ਇਹ ਸਾਧ ਸੰਗਤ ਜੀ ਕੋਈ ਯੋਗ ਨਹੀਂ ਹੈ, ਕਿਉਂਕਿ ਬਹੁਤਾਤ ਵਿੱਚ ਇਹੋ ਹੀ ਹੁੰਦਾ ਹੈ ਕਿ ਸਾਡੇ ਕੋਲ ਜੀ ਸਮਾਂ ਹੀ ਨਹੀਂ ਹੈ। ਇਸ ਕਰਕੇ ਜਿਹੜੇ ਬਹਿਰੇ ਕੋਈ ਨੌਕਰ ਲਗਾਏ ਹੁੰਦੇ ਹੈ ਉਹ ਸਾਧ ਸੰਗਤ ਜੀ ਨਸ਼ਿਆਂ ਦਾ ਸੇਵਨ ਕਰਨ ਵਾਲੇ ਹੁੰਦੇ ਹੈ। ਉਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦੇ ਸਨਮੁਖ ਲਿਆ ਕਰਕੇ ਪਰੋਸ ਕੇ ਰੱਖ ਦੇਣਾ ਮਹਾਰਾਜ ਦਰ ਪ੍ਰਵਾਨ ਹੋਵੇ। ਤੇ ਸਾਧ ਸੰਗਤ ਖੇਮਾ ਕਰਨਾ, ਸਤਿਗੁਰੂ ਜੀ ਦੀਆਂ ਖੁਸ਼ੀਆਂ ਵੀ ਤਾਂ ਫਿਰ ਸਾਨੂੰ ਉਨੀਆਂ ਕੀ ਪ੍ਰਾਪਤ ਹੋਣੀਆਂ ਹੈ ਨਾ, ਜਿੱਦਾਂ ਦੀ ਭਾਵਨਾ ਦੇ ਨਾਲ, ਜਿੱਦਾਂ ਦੀ ਸੁਚਮਤਾ ਦੇ ਨਾਲ ਮਹਾਰਾਜ ਜੀ ਦੇ ਹਜ਼ੂਰ ਅਸੀਂ ਅਰਪਣ ਕਰਾਂਗੇ। ਜੋ ਗੁਰੂ ਘਰ ਦੀ ਮਰਜ਼ਾਦਾ ਹੈ ਉਹਦੀ ਉਲੰਘਣਾ ਨਹੀਂ ਸਾਨੂੰ ਕਰਨੀ ਚਾਹੀਦੀ। ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ ਚਾਹੀਦਾ ਹੈ। ਕਿੰਨਾ ਕੁ ਸਮਾਂ ਕਿਤੇ ਲੱਗਦਾ ਹੈ, ਬਹੁਤਾ ਸਮਾਂ ਥੋੜ੍ਹੀ ਲੱਗਦਾ। 5 ਕੁ ਪ੍ਰਸ਼ਾਦੇ ਤਿਆਰ ਕੀਤੇ ਹੋਣ, ਸਾਧ ਸੰਗਤ ਯਥਾ ਸ਼ਕਤ ਦਾਲ ਭਾਜਾ ਕੋਈ ਤਿਆਰ ਕਰਕੇ ਬੜੇ ਪਿਆਰ ਦੇ ਨਾਲ ਗੁਰਬਾਣੀ ਪੜ੍ਹਦੇ ਹੋਏ ਸਤਿਗੁਰੂ ਜੀ ਨੂੰ ਭੋਗ ਲਗਵਾਇਆ ਜਾਵੇ। ਤੇ ਤਰਕਵਾਦੀ ਜੇ ਤੇ ਤਰਕਾਂ ਵੀ ਕਰਦੇ ਹੈ ਕਿ ਜਿਹੜਾ ਕੜਾਹ ਪ੍ਰਸ਼ਾਦ ਨੂੰ ਜਾਂ ਲੰਗਰ ਪ੍ਰਸ਼ਾਦ ਨੂੰ ਭੋਗ ਲਗਾਉਣਾ ਹੈ, ਇਹ ਸਾਧ ਸੰਗਤ ਜੀ ਮਨ ਮੱਤ ਹੈ। ਸ਼ੰਕਾਵਾਦੀ ਸ਼ੰਕੇ ਕਰਦੇ ਵੀ ਹੈ ਤੇ ਬੜਾ ਪ੍ਰਚਾਰ ਵੀ ਬੜਾ ਜ਼ੋਰ ਦੇ ਕਰਕੇ ਕਰਦੇ ਹੈ। ਕੋਈ ਸਮਾਂ ਪਹਿਲਾਂ ਵੀ ਸਾਧ ਸੰਗਤ ਮੈਂ ਬੇਨਤੀ ਕੀਤੀ ਸੀ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਸਮੇਂ ਉਦੋਂ ਸਰੀਰ ਕਰਕੇ ਹੈ, ਮਹੀਤੇ ਦੀ ਗੱਲ ਹੈ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼। ਮੇਰੀ ਤਾਂ ਉਮਰ ਭਾਵੇਂ ਉਸ ਸਮੇਂ ਬਹੁਤ ਛੋਟੀ ਸੀ, ਪਰ ਜਥੇ ਦੇ ਪੁਰਾਣੇ ਸਿੰਘਾਂ ਨੇ ਸਾਧ ਸੰਗਤ ਜੀ ਦੱਸਿਆ, ਆਪਣੇ ਉਸਤਾਦ ਸਾਹਿਬਾਨਾਂ ਤੋਂ ਵੀ ਬਚਨ ਸੁਣਿਆ ਕਿ ਕਿਸੇ ਤਰਕਵਾਦੀ ਨੇ ਤਰਕ ਕੀਤੀ ਸੀ ਕਿ ਜਿਹੜਾ ਕੜਾਹ ਪ੍ਰਸ਼ਾਦ ਨੂੰ ਭੋਗ ਲਗਾਉਂਦੇ ਹੈ ਉਹਦੇ ਵਿੱਚ ਕਿਹੜਾ ਕੋਈ ਫਰਕ ਪੈਂਦਾ। ਪਰ ਸਾਧ ਸੰਗਤ ਦੇ ਜਿਹੜੇ ਰਹਿਤਵਾਨ, ਸ਼ਰਧਾਵਾਨ, ਭਾਵਨਾ ਵਾਲੇ ਗੁਰਸਿੱਖ ਹੈ ਨਾ, ਮਹਾਰਾਜ ਜੀ ਤੇ ਭਰੋਸਾ ਰੱਖਦੇ ਹੈ ਕਿ ਸਤਿਗੁਰੂ ਜੀ ਜ਼ਰੂਰ ਪਰ ਜ਼ਰੂਰ ਦੇਗ, ਕੜਾਹ ਪ੍ਰਸ਼ਾਦ ਦੀ ਦੇਗ ਭਾਵੇਂ ਲੰਗਰ ਹੈ, ਜੇ ਸੁਚਮਤਾ ਨਾਲ, ਰਹਿਤ ਮਰਜ਼ਾਦਾ ਨਾਲ, ਭਾਵਨਾ ਨਾਲ ਤਿਆਰ ਕਰਕੇ ਹਜ਼ੂਰ ਨੂੰ ਭੋਗ ਲਗਵਾਏ ਜਾਵੇ, ਸਤਿਗੁਰੂ ਜੀ ਜ਼ਰੂਰ ਪਰ ਜ਼ਰੂਰ ਛਕਦੇ ਹੈ। ਤੇ ਸਾਧ ਸੰਗਤ ਤਰਕਵਾਦੀ ਨੇ ਤਰਕ ਕੀਤੀ ਸੀ ਕਿ ਅਜਿਹਾ ਨਹੀਂ ਹੁੰਦਾ। ਤੇ ਉਹ ਸਮੇਂ ਫਿਰ ਸਿਰ ਧੜ ਦੀ ਬਾਜੀ ਲਗਾਈ ਗਈ ਸੀ ਸਿੰਘਾਂ ਵੱਲੋਂ। ਕਹਿੰਦੇ ਕਿ ਜੇ ਐਨ ਪੂਰਾ ਮਾਪ ਕਰਕੇ ਕਿ ਗ੍ਰਾਮ ਥੋੜਾ ਜਿੰਨਾ ਵੀ ਸਾਰਾ ਮਾਪ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਹਾਜ਼ਰ ਕਰਾਂਗੇ, ਭੋਗ ਲਗਵਾਉਣ ਤੋਂ ਪਹਿਲਾਂ ਵੀ ਮਾਪੀ ਜਾਵੇ ਕਿ ਬਾਅਦ ਵਿੱਚ ਵੀ। ਤੇ ਜੇਕਰ ਭੋਗ ਲਗਾਏ ਬਾਅਦ ਵਿੱਚ ਦੇਗ ਘਟ ਗਈ ਤੇ ਫਿਰ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ। ਤੇ ਜੇ ਨਾ ਘਟੇ ਤੇ ਉਹ ਸਿੰਘ ਕਹਿੰਦਾ ਕਿ ਮੇਰਾ ਸਿਰ ਕਲਮ ਕਰ ਦੇਵੇਂ, ਤਲਵਾਰ ਮੈਂ ਤੇਰੇ ਹੱਥਾਂ ਵਿੱਚ ਫੜਾਵਾਂਗਾ। ਤੇ ਸਾਧ ਸੰਗਤ ਜੀ ਫਿਰ ਕੰਬ ਗਿਆ ਸੀ, ਕਹਿੰਦਾ ਇੰਨੇ ਕਰੜਾ ਜਿਹੜਾ ਆ ਉਹ ਵਚਨ ਤਾਂ ਮੇਰੇ ਤੋਂ ਹੋਣਾ ਨਹੀਂ, ਪਰ ਮੇਰਾ ਸ਼ੰਕਾ ਜ਼ਰੂਰ ਕਰ ਦੇਵੋ, ਸ਼ੰਕਾ ਮੇਰਾ ਜ਼ਰੂਰ ਦੂਰ ਕਰ ਦੇਵੋ। ਸਾਧ ਸੰਗਤ ਜੀ ਫਿਰ ਸਾਹਮਣੇ ਪ੍ਰਤੱਖ ਕਰਕੇ ਦਿਖਾਇਆ ਤੇ ਜਿੰਨੀ ਮਾਪੀ ਹੋਈ ਦੇਗ ਸੀ ਉਹਦੇ ਨਾਲੋਂ ਦੇਗ ਘਟ ਗਈ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਜ਼ਰੂਰ ਭੋਗ ਲਗਾਉਂਦੇ ਹੈ। ਇਸ ਲਈ ਮਨ ਵਿੱਚ ਸਾਨੂੰ ਭਾਵਨਾ ਧਾਰਨ ਕਰਨੀ ਚਾਹੀਦੀ ਹੈ। ਪਰ ਜੇ ਸਾਡੀ ਸਾਧ ਸੰਗਤ ਜੀ ਛਕਾਉਣ ਵਾਲੀ ਭਾਵਨਾ ਹੀ ਨਾ ਹੋਵੇਗੀ ਤੇ ਫਿਰ ਸਤਿਗੁਰੂ ਜੀ ਨੇ ਉੱਥੇ ਭਲਾ ਕਿਵੇਂ ਛਕਣਾ ਹੈ? ਜੇ ਸਾਡੀ ਭਾਵਨਾ ਹੀ ਨਾ ਹੋਵੇ ਛਕਾਉਣ ਵਾਲੀ, ਸਾਡੀ ਇੱਛਾ ਹੀ ਨਾ ਹੋਵੇ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ, ਸਖੀਆਂ ਸੰਬੰਧੀਆਂ ਨੂੰ ਖੁਸ਼ ਰੱਖਣ ਦੇ ਵਾਸਤੇ ਸਾਡੀ ਭਾਵਨਾ ਹੁੰਦੀ ਹੈ,
ਤੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਅਦਬ ਸਤਿਕਾਰ ਵੀ ਨਹੀਂ ਕੋਈ ਮਨ ਵਿੱਚ ਧਾਰਨ ਕਰਕੇ ਰੱਖਦੇ। ਰਹੋ ਵਿਚਾਰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਸਦ ਹੀ ਭੋਗ ਲਗਾਏ ਸੋ ਗਿਆਨੀ। ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਪਿਆਰ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਦੇ ਆ ਨਾ, ਹੇ ਪਾਂਡੇ ਹੇ ਬ੍ਰਾਹਮਣ, ਇਹ ਜਾਣੋ ਕਿ ਪਰਮੇਸ਼ਰ ਬੜੇ ਪਿਆਰ ਦੇ ਨਾਲ ਸਾਰੇ ਭੋਜਨ ਛਕਦਾ, ਪਰਮਾਤਮਾ ਭੋਗ ਲਗਾਉਂਦਾ ਪਿਆ ਹੈ। ਤੇ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ, ਬੜੇ ਅਦਬ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਨਾ, ਇਹ ਵੀ ਗੁਰੂ ਘਰ ਦੀ ਮਰਜ਼ਾਦਾ ਹੈ। ਬਿਰਥਾ ਕਾਹੂ ਛੋਟਾ ਨਾਹੀ। ਹਜੂਰ ਕਹਿੰਦੇ ਜੋ ਐਸੀ ਪੂਜਾ ਕਰਦੇ ਆ ਨਾ, ਪਰਮਾਤਮਾ ਕਦੇ ਉਹਨਾਂ ਦੀ ਜੰਮਣ ਮਰਨ ਦੀ ਬਿਰਥਾ ਛੱਡਦਾ ਨਹੀਂ ਹੈ, ਭਾਵ ਮਿਟਾ ਦਿੰਦਾ ਹੈ। ਬਿਰਥਾ ਨਾਮ ਵਿਅਰਥ ਦਾ ਖਾਲੀ ਦਾ ਵੀ ਹੈ, ਤੇ ਪਰਮਾਤਮਾ ਉਹਦੀ ਝੋਲੀ ਕਦੇ ਖਾਲੀ ਨਹੀਂ ਰਹਿਣ ਦਿੰਦਾ, ਜ਼ਰੂਰ ਬਰ ਜ਼ਰੂਰ ਪਰਮੇਸ਼ਰ ਭਰ ਦਿੰਦਾ ਹੈ। ਜੋ ਇਸ ਭਾਵਨਾ ਪ੍ਰੇਮ ਭਰੀ ਪੂਜਾ ਕਰਦੇ ਹਨ, ਜੋ ਮਹਾਰਾਜ ਸਤਿਗੁਰੂ ਜੀ ਨੂੰ ਪਿਆਰ ਦੇ ਨਾਲ ਯਾਦ ਕਰਦੇ ਹਨ। ਬਾਹੁਰ ਬਾਹੁਰ ਤਿਸ ਲਾਗਹਿ ਪਾਈ। ਇਸ ਲਈ ਮਹਾਰਾਜ ਕਹਿੰਦੇ ਬਾਰ-ਬਾਰ ਅਸੀਂ ਪਰਮਾਤਮਾ ਦੇ ਚਰਨੀ ਲੱਗਦੇ ਹਾਂ। ਐਸੇ ਸਾਲਗ੍ਰਾਮ ਪਰਮੇਸ਼ਰ ਦੀ ਅਸੀਂ ਪੂਜਾ ਕਰਦੇ ਹਾਂ, ਜੋ ਸਭ ਜੀਵਾਂ ਦੇ ਹਿਰਦਿਆਂ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਹੇ ਪਾਂਡੇ ਇਹ ਬ੍ਰਾਹਮਣ, ਜਿਹੜਾ ਇੱਕ ਰਾਖਸ਼ਣੀ ਦੇ ਸਰਾਪ ਦੇਣੇ ਤੇ ਪੱਥਰ ਬਣ ਗਏ, ਉਹ ਸਾਲਗ੍ਰਾਮ ਦੀ ਅਸੀਂ ਪੂਜਾ ਨਹੀਂ ਕਰਦੇ। ਇਹ ਨਾ ਮਤਾਂ ਤੇਰੇ ਮਨ ਵਿੱਚ ਕਿਤੇ ਕੋਈ ਇਦਾਂ ਦਾ ਖਿਆਲ ਆ ਜਾਵੇ ਕਿ ਅਸੀਂ ਉਸ ਪੱਥਰ ਦੀ ਸਾਲਗ੍ਰਾਮ ਦੀ ਪੂਜਾ ਕਰਦੇ, ਨਾ, ਉਹ ਸਾਲਗ੍ਰਾਮ ਦੀ ਅਸੀਂ ਪੂਜਾ ਕਰਦੇ ਆ ਜੋ ਘਾਟਾਂ ਦੇ ਵਿੱਚ ਵਰਤ ਰਿਹਾ ਹੈ, ਜੋ ਸਭ ਜੀਵਾਂ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ। ਸਾਲਗ੍ਰਾਮ ਹਮਾਰਾ ਸੇਵਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਸਾਲ ਵਿਸ਼ੇਸ਼ ਕਰਕੇ ਗ੍ਰਾਮ ਸਭ ਸੰਸਾਰ ਰੂਪੀ ਘਰ ਦੇ ਅੰਦਰ ਸਾਲ ਜੋ ਸ੍ਰੇਸ਼ਟ ਪਰਮਾਤਮਾ ਹੈ, ਸਭ ਦੇ ਅੰਦਰ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ, ਉਸ ਵਾਹਿਗੁਰੂ ਦੀ ਭਜਨ ਰੂਪੀ ਅਸੀਂ ਸੇਵਾ ਕਰਦੇ ਹਾਂ। ਪੂਜਾ ਅਰਚਾ ਬੰਦਨ ਦੇਵਾ। ਦੇਵਾ ਪ੍ਰਕਾਸ਼ ਰੂਪ ਪਰਮਾਤਮਾ ਦੇ ਚਰਨਾਂ ਤੇ ਬੰਦਨਾ ਕਰਨੀ, ਨਮਸਕਾਰਾਂ ਕਰਨੀਆਂ, ਇਹੋ ਹੀ ਮਹਾਰਾਜ ਕਹਿੰਦੇ ਸਾਡੀ ਅਸਲ ਪੂਜਾ ਹੈ। ਅਰਚਾ ਚੰਦਨ ਦਾ ਛਿੜਕਾਓ ਕਰਨਾ, ਚੰਦਨ ਦਾ ਲੇਪਨ ਕਰਨਾ, ਮਹਾਰਾਜ ਕਹਿੰਦੇ ਇਹੋ ਸਾਡੇ ਵਾਸਤੇ ਅਸਲ ਪੂਜਾ ਹੈ। ਪੂਜਾ ਕੀਚੈ ਨਾਮ ਤੇ ਆਈਐ, ਵਿਣ ਨਾਵੈ ਪੂਜ ਨਾ ਹੋਏ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ ਬੰਦਨ ਦੇਵਾ, ਬਾਰ-ਬਾਰ ਨਮਸਕਾਰਾਂ ਕਰਨੀਆਂ, ਬੰਦਨਾ ਕਰਨੀ ਪਰਮਾਤਮਾ ਦੇ ਸਨਮੁਖ ਹੋ ਕਰਕੇ, ਇਹੋ ਸਾਡਾ ਅਰਚਾ ਪੂਜਨ ਹੈ। ਰਹਾਉ ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਘੰਟਾ ਜਾਤਾ ਸੁਨੀਐ ਚਾਹ ਕੁੰਟ। ਹਜੂਰ ਕਹਿੰਦੇ ਹਨ ਕਿ ਜਿਵੇਂ ਘੰਟ ਸਾਧ ਸੰਗਤ ਜੀ ਘੰਟੇ ਖੜਕਾਵਣੀ ਹੈ, ਔਰ ਇਸ ਪ੍ਰਕਾਰ ਜਿਵੇਂ ਟਲ ਖੜਕਾਉਂਦੇ ਹਨ ਨਾਲ ਜਿਹੜਾ ਪੂਜਨ ਕਰਦੇ ਪੂਜਾ ਕਰਦੇ ਆ, ਤੇ ਸਤਿਗੁਰੂ ਜੀ ਕਹਿੰਦੇ ਚੌਹਾਂ ਕੁੰਟਾਂ ਵਿੱਚ ਸਭ ਥਾਵਾਂ ਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਨੂੰ ਸੁਣਨਾ, ਕਿ ਜੋ ਕੁਝ ਵੀ ਦਿਸ ਰਿਹਾ ਇਹ ਪ੍ਰਮਾਤਮਾ ਦਾ ਰੂਪ ਹੈ, ਜੋ ਕੁਝ ਵੀ ਬੋਲ ਰਿਹਾ ਹੈ ਪ੍ਰਮਾਤਮਾ ਆਪ ਜੀਵਾਂ ਰੂਪ ਹੋ ਕਰਕੇ ਬੋਲ ਰਿਹਾ ਹੈ। ਗੁਰਮੁਖ ਪਿਆਰੇ ਤਾਂ ਸਾਧ ਸੰਗਤ ਜੀ ਹਲਟ ਦੀਆਂ ਟਿੰਡਾਂ ਦੀ ਆਵਾਜ਼ ਦੇ ਵਿੱਚੋਂ ਵੀ ਤੂੰ ਕਰਕੇ ਪਰਮੇਸ਼ਰ ਨੂੰ ਸੁਣਦੇ ਹੈ। ਮਹਾਰਾਜ ਜੀ ਦੇ ਬਚਨ ਹਨ, ਹਰ ਹਟ ਭੀ ਤੂੰ ਕਰਹਿ। ਮਹਾਰਾਜ ਗੁਰਮੁਖ ਪਿਆਰੇ ਇਹ ਭਾਵਨਾ ਬਣਾ ਕਰਕੇ, ਇਹ ਮਨ ਦੇ ਅੰਦਰ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਯਾਦ ਕਰਦੇ, ਮਹਾਰਾਜ ਹਰ ਹਟ ਭੀ ਤੂੰ ਕਰਹਿ। ਮਹਾਰਾਜ ਜਿਹੜੀਆਂ ਹਲਟ ਦੀਆਂ ਟਿੰਡਾਂ ਹੈ ਨਾ, ਉਹਨਾਂ ਦੀ ਜਦੋਂ ਆਵਾਜ਼ ਆਉਂਦੀ ਨਾ, ਪਾਣੀ ਭਰਦੇ ਹੈ, ਤੇ ਸਾਧ ਸੰਗਤ ਗੁਰਮੁਖ ਪਿਆਰੇ ਉਹਦੇ ਵਿੱਚੋਂ ਵੀ ਵਾਹਿਗੁਰੂ ਦੇ ਨਾਮ ਦੀ ਧੁਨੀ ਸੁਣਦੇ, ਉਹ ਵੀ ਕਹਿੰਦੇ ਹਨ ਕਿ ਤੂੰ ਪਰਮਾਤਮਾ ਤੂੰ ਹੀ ਹੈ, ਹੇ ਵਾਹਿਗੁਰੂ ਆਪ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਉਹ ਹਲਟ ਦੀਆਂ ਟਿੰਡਾਂ ਦੇ ਵਿੱਚੋਂ ਵੀ ਪਰਮੇਸ਼ਰ ਦੇ ਨਾਮ ਦੀ ਧੁਨੀ ਸੁਣਦੇ ਹੈ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਘੰਟਾ ਜਾ ਕਾ ਸੁਣੀਐ ਚਾਹੋ ਕੁੰਟ। ਚੌਹਾਂ ਕੁੰਟਾਂ ਤੇ ਵਾਹਿਗੁਰੂ ਦੇ ਨਾਮ ਦੀ ਧੁਨੀ ਨੂੰ ਹਰ ਸਮੇਂ ਸੁਣਦਾ, ਕਿ ਸਰਬ ਵਿਆਪਕ ਪਰਮੇਸ਼ਰ ਆਪ ਹੀ ਜੀਵਾ ਰੂਪ ਹੋ ਕਰਕੇ ਬੋਲ ਰਿਹਾ ਹੈ। ਆਸਨ ਜਾਤਾ ਸਦਾ ਬੈਕੁੰਠ। ਜਿਸ ਪਰਮਾਤਮਾ ਦਾ ਆਸਣ ਸਦਾ ਹੀ ਸੱਚਖੰਡ ਬੈਕੁੰਠ ਸਤ ਸੰਗਤ ਰੂਪੀ ਘਰ ਦੇ ਵਿੱਚ ਰਹਿੰਦਾ ਹੈ,
ਉਹ ਪ੍ਰਮਾਤਮਾ ਸਦਾ ਹੀ ਆਪਣੀ ਸੰਗਤ ਵਿੱਚ ਨਿਵਾਸ ਰੱਖਦਾ ਹੈ। जाका चावर सब ऊपर झूलै। ਜਿਸ ਪ੍ਰਮਾਤਮਾ ਦਾ ਜਸ ਰੂਪੀ ਛਤਰ ਸਭ ਥਾਵਾਂ ਤੇ ਚੌਰ ਝੁੱਲਦਾ ਪਿਆ ਹੈ। ਜਿਹੜਾ ਚੌਰ ਝੁੱਲ ਰਿਹਾ ਨਾ, ਕਹਿੰਦਾ ਮਹਾਰਾਜ ਅਸੀਂ ਚੌਰ ਵੀ ਝੁਲਾਉਂਦੇ ਹਾਂ। ਤੇ ਹਜੂਰ ਕਹਿੰਦੇ ਸਾਡੇ ਸਾਲਗ੍ਰਾਮ ਪਰਮੇਸ਼ਰ ਵਾਹਿਗੁਰੂ ਦੀ ਜਿਹੜਾ ਚੌਰ ਝੁੱਲਦਾ ਹੈ ਨਾ, ਸਭ ਥਾਵਾਂ ਤੇ ਜਸ ਹੋ ਰਿਹਾ ਹੈ। ਇਹ ਜਾਣੋ ਕਿ ਜਸ ਰੂਪੀ ਚੌਰ ਪ੍ਰਮਾਤਮਾ ਤੇ ਝੁੱਲ ਰਿਹਾ ਹੈ। ताका धूप सदा प्रफुल्लै। ਫਿਰ ਹਜੂਰ ਕਹਿੰਦੇ ਹਨ ਜਿੰਨੇ ਵੀ 18 ਭਾਰ ਬਨਸਪਤ ਹੈ, ਜਿਵੇਂ ਜਿਵੇਂ ਉਹ ਪਾਂਡਾ ਬ੍ਰਾਹਮਣ ਕਹੀ ਜਾਂਦਾ ਮਹਾਰਾਜ ਅਸੀਂ ਤਾਂ ਫੁੱਲ ਵੀ ਚੜਾਉਂਦੇ ਆ ਸਾਲਗ੍ਰਾਮ ਤੇ, ਤੁਸੀਂ ਕਿਹੜੇ ਮਹਾਰਾਜ ਫੁੱਲ ਚੜਾਉਂਦੇ ਹੋ? ਤੇ ਸਤਿਗੁਰੂ ਜੀ ਕਹਿੰਦੇ ਹਨ ਤਾਕਾ ਧੂਪ ਸਦਾ ਪ੍ਰਫੁੱਲੈ। ਜਿਹੜਾ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਜਸ ਸਭ ਥਾਵਾਂ ਤੇ ਧੁਖਦਾ ਪਿਆ ਨਾ, ਸਭ ਜ਼ਰਰੇ ਜ਼ਰਰੇ ਵਿੱਚ ਹੁੰਦਾ ਪਿਆ। ਇਹੋ ਜਾਣੋ ਕਿ ਵਿਸ਼ੇਸ਼ ਕਰਕੇ ਪ੍ਰਮਾਤਮਾ ਦੀ ਕਾਇਨਾਤ ਪ੍ਰਫੁੱਲਤ ਹੋ ਰਹੀ ਹੈ, ਗੁਰਮੁਖਾਂ ਦੇ ਹਿਰਦੇ ਪ੍ਰਫੁੱਲਤ ਹੋ ਰਹੇ ਹੈ। ਪਰ ਫੁੱਲੈ ਪਰ ਵਿਸ਼ੇਸ਼ ਕਰਕੇ 18 ਭਾਰ ਬਨਸਪਤ ਪਰਮੇਸ਼ਰ ਦਾ ਜਾਪ ਕਰ ਰਹੀ ਹੈ। ਇਹੋ ਜਾਣੋ ਕਿ ਪ੍ਰਮਾਤਮਾ ਉਸ ਵਾਹਿਗੁਰੂ ਸਾਲਗ੍ਰਾਮ ਤੇ ਅਸੀਂ ਫੁੱਲਾਂ ਦਾ ਪੂਜਨ ਕਰਦੇ ਹਾਂ, ਫੁੱਲ ਚੜਾਉਂਦੇ ਹਾਂ। घट घट संपट है रे जाका। ਫਿਰ ਘਟਾਂ ਘਟਾਂ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਦਾ ਵਸਣ ਦੀ ਥਾਂ ਹੈ। ਸੰਪਟ ਜਿਵੇਂ ਡੱਬਾ ਹਿਰਦਾ ਰੂਪੀ ਡੱਬਾ ਹੈ ਨਾ, ਜੋ ਹਿਰਦਾ ਰੂਪੀ ਜਗ੍ਹਾ ਹੈ ਪ੍ਰਮਾਤਮਾ ਦੇ ਵਸਣ ਦੀ, ਸਭ ਘਟਾਂ ਘਟਾਂ ਦੇ ਵਿੱਚ ਜਾਣਨਾ ਕਰ। अभाग सबा सांग है सादा। ਘਟ ਘਟ ਸੰਪਟ ਹੈ ਰੇ ਜਾ ਕਾ। ਕਹਿੰਦਾ ਮਹਾਰਾਜ ਅਸੀਂ ਤਾਂ ਸਾਲਗ੍ਰਾਮ ਨੂੰ ਡੱਬੇ ਵਿੱਚ ਬੰਦ ਕਰ ਲੈਂਦੇ ਆ, ਤੁਸੀਂ ਕਿਵੇਂ ਕਰਦੇ ਹੋ? ਮਹਾਰਾਜ ਸਤਿਗੁਰੂ ਜੀ ਕਹਿੰਦੇ ਘਟ ਘਟ ਸੰਪਟ ਹੈ ਰੇ ਜਾ ਕਾ। ਹਿਰਦਿਆਂ ਰੂਪ ਡੱਬਿਆਂ ਦੇ ਵਿੱਚ ਉਹ ਪ੍ਰਮਾਤਮਾ ਬੰਦ ਆ, ਭਾਵ ਕੇ ਬੈਠਾ ਹੋਇਆ ਹੈ। ਸਾਨੂੰ ਪ੍ਰਤੱਖ ਡੱਬੇ ਵਿੱਚ ਉਹ ਸਾਲਗ੍ਰਾਮ ਪਰਮੇਸ਼ਰ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਂਦੀ। ਉਹ ਪ੍ਰਮਾਤਮਾ ਸਭ ਹਿਰਦਿਆਂ ਰੂਪ ਡੱਬਿਆਂ ਦੇ ਵਿੱਚ ਬੈਠਾ ਹੋਇਆ ਹੈ। अभाग सबा सांग है सादा। ਔਰ ਇਹੋ ਹਜੂਰ ਕਹਿੰਦੇ ਹਨ ਕਿ ਜਿਹੜੇ ਸਾਧੂ ਜਨਾਂ ਦੀ ਸੰਗਤ ਕਰਨੀ ਹੈ, ਸਾਧ ਸੰਗਤ ਵਿੱਚ ਪਿਆਰ ਦੇ ਨਾਲ ਜੁੜਨਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਪਰਮਾਰਥ ਦੇ ਰਸਤੇ ਨੂੰ ਕੋਈ ਭੰਗ ਨਹੀਂ ਕਰ ਸਕਦਾ, ਅਥਵਾ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਭੰਗ ਨਹੀਂ ਪਾ ਸਕਦਾ। ਅਭਾਗ ਇਸ ਪ੍ਰਕਾਰ ਜਿਹੜੇ ਨਾ ਭੱਜਣ ਵਾਲੇ ਵਿਕਾਰ ਉਹ ਵੀ ਉਹਨਾਂ ਦੇ ਭੱਜ ਜਾਂਦੇ ਹੈ। ਅਭਾਗ ਸਭਾ ਐਸੀ ਮਹਾਰਾਜ ਕਹਿੰਦੇ ਨਾ ਨਾਸ਼ ਹੋਣ ਵਾਲੀ ਸਤਿਪੁਰਸ਼ਾਂ ਦੀ ਸੰਗਤ ਹੈ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ। ਇਹ ਸਦਾ ਰਹਿਣ ਵਾਲੀ ਵਾਹਿਗੁਰੂ ਦੀ ਸਾਧ ਸੰਗਤ ਹੈ। आरती कीर्तन सदा आनंद। ਤੇ ਮਹਾਰਾਜ ਤੁਸੀਂ ਆਰਤੀ ਕਿਵੇਂ ਕਰਦੇ ਹੋ? ਤੇ ਸਤਿਗੁਰੂ ਕਹਿੰਦੇ ਪਰਮੇਸ਼ਰ ਦਾ ਕੀਰਤਨ ਕਰਨਾ, ਵਾਹਿਗੁਰੂ ਦਾ ਜਸ ਕਰਨਾ, ਜਿਸ ਕਰਕੇ ਹਿਰਦੇ ਅੰਦਰ ਸਦਾ ਹੀ ਆਨੰਦ ਬਣਿਆ ਰਹਿੰਦਾ। ਪ੍ਰਮਾਤਮਾ ਦੀ ਅਸੀਂ ਆਰਤੀ ਕਰਦੇ ਹਾਂ। ਮਹਾਰਾਜ ਅਸੀਂ ਤਾਂ ਹੱਥ ਵਿੱਚ ਥਾਲ ਲੈ ਲੈ ਕਰਕੇ, ਥਾਲ ਘੁਮਾ ਘੁਮਾ ਕਰਕੇ ਕਰਦੇ, ਤੁਸੀਂ ਕਿੱਦਾਂ ਦੀ ਆਰਤੀ ਕਰਦੇ ਹੋ? ਸਾਧ ਸੰਗਤ ਜੀ ਇਹ ਸਵਾਲ, ਇਹ ਪ੍ਰਸ਼ਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪਾਂਡਿਆਂ ਨੇ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਜੂਰ ਬੈਠੇ ਰਹੇ ਸਨ, ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਨਾਲ ਮਿਲ ਕੇ ਆਰਤੀ ਕਿਉਂ ਨਹੀਂ ਕੀਤੀ? ਤੇ ਮਹਾਰਾਜ ਕਹਿੰਦੇ ਅਸੀਂ ਤਾਂ ਹਰ ਰੋਜ਼ ਕਰਦੇ ਹਾਂ, ਲਗਾਤਾਰ ਪਰਮੇਸ਼ਰ ਦੀ ਆਰਤੀ ਹੋ ਰਹੀ ਹੈ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਕਾਸ਼ ਰੂਪੀ ਜਿਹੜਾ ਇਹ ਥਾਲ ਹੈ, ਚੰਦਰਮਾ ਔਰ ਸੂਰਜ ਇਹ ਦੇਵੇ ਵਾਲੇ ਹੋਏ ਹੈ, ਪ੍ਰਮਾਤਮਾ ਦੀ ਅਸੀਂ ਆਰਤੀ ਕਰਦੇ ਪਏ ਹਾਂ। ਫਿਰ ਤਾਰਿਆਂ ਰੂਪੀ ਮੋਤੀ ਪ੍ਰਮਾਤਮਾ ਦੇ ਸਨਮੁਖ ਅਸੀਂ ਮਹਾਰਾਜ ਕਹਿੰਦੇ ਕਿ ਅਸੀਂ ਭੇਟ ਕਰਦੇ ਪਏ ਹਾਂ। ਫਿਰ ਧੂਪ ਮਲ ਆਦ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਹਜੂਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਿਹੜੀ ਹਵਾ ਵਗ ਰਹੀ ਹੈ ਨਾ, ਮਹਾਰਾਜ ਕਹਿੰਦੇ ਹਨ ਕਿ ਇਹੋ ਹੀ ਜਾਣੋ ਕਿ ਪ੍ਰਮਾਤਮਾ ਤੇ ਚੌਰ ਹੈ। ਔਰ ਇਸੇ ਪ੍ਰਕਾਰ 18 ਭਾਰ ਬਨਸਪਤ ਸਾਰੀ ਦੀ ਸਾਰੀ ਬਨਸਪਤ ਤੇ ਫੁੱਲ ਚੜਾਉਂਦੇ ਪਏ ਆ। ਇਹ ਹਜੂਰ ਨੇ ਵੀ ਸਾਧ ਸੰਗਤ ਉਪਦੇਸ਼ ਦਿੱਤਾ ਸੀ। ਔਰ ਸਤਿਗੁਰੂ ਜੀ ਕਹਿੰਦੇ ਆਰਤੀ ਕੀਰਤਨ ਸਦਾ ਆਨੰਦ। हे ਜੀਵ ਪਰਮੇਸ਼ਰ ਦਾ ਕੀਰਤਨ ਕਰਨਾ, ਪਰਮਾਤਮਾ ਦਾ ਜਸ ਗਾਉਣਾ, ਇਹ ਜਾਣੋ ਕਿ ਪਰਮੇਸ਼ਰ ਦੀ ਆਰਤੀ ਹੈ, ਜਿਸ ਕਰਕੇ ਕਣਾ ਆਨੰਦ ਮਿਲਦਾ ਹੈ। ਮਹਿਮਾ ਸੁੰਦਰ ਸਦਾ ਬੇਅੰਤ। ਫਿਰ
ਐਸੀ ਮਹਾਨ ਪਰਮੇਸ਼ਰ ਦੀ ਮਹਿਮਾ ਹੈ, ਫਿਰ ਸਭ ਤੋਂ ਸੁੰਦਰ ਹੈ, ਸਭ ਤੋਂ ਭਲੀ ਹੈ। ਫਿਰ ਮਹਾਰਾਜ ਕਹਿੰਦੇ ਉਹਦਾ ਅੰਤ ਵੀ ਨਹੀਂ ਪੈਂਦਾ, ਬੇਅੰਤ ਪਰਮਾਤਮਾ ਦੀ ਮਹਿਮਾ ਹੈ। ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ। ਪਰ ਹਜੂਰ ਕਹਿੰਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਭਜਨ ਰੂਪ ਆਰਤੀ ਕਰਨੀ, ਜਿਨ੍ਹਾਂ ਨੂੰ ਤੁਰੋਂ ਹੀ ਵਾਹਿਗੁਰੂ ਲੇਖ ਕਰਕੇ ਪਾਉਂਦਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਸੰਤ ਜਨ ਉਹ ਆਇਓ ਸਰਨਾ। ਮਹਾਰਾਜ ਕਹਿੰਦੇ ਉਹ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਦੇ ਵਿੱਚ ਚੱਲ ਕੇ ਆਉਂਦੇ ਹੈ। ਜਿਸ ਇਹ ਪ੍ਰਾਪਤ, ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ, ਉਹ ਜੀਵਨ ਦੇ ਵਿੱਚ ਪਾ ਲੈਂਦੇ ਹੈ। ਬਿਨਾਂ ਭਾਗਾਂ ਤੋਂ ਸਤ ਸੰਗਤ ਥੋੜ੍ਹਾ ਮਿਲਦੀ ਹੈ। ਬਿਨਾਂ ਭਾਗਾਂ ਤੋਂ ਸਾਧ ਸੰਗਤ ਜੀ ਕਈ ਵਾਰ ਗਲੀਆਂ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੋਂ ਫਿਰ ਕੇ ਆਪਾਂ ਸੌਦਾ ਪੱਤਾ ਲੈ ਕੇ ਘਰਾਂ ਨੂੰ ਚਲੇ ਜਾਂਦੇ ਹਾਂ। ਆਉਂਦੇ ਤਾਂ ਤੀਰਥ ਯਾਤਰਾ ਵਾਸਤੇ ਹਾਂ, ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਗੁਰੂ ਧਾਮਾਂ ਦੇ ਕੋਈ ਸੇਧ ਲੈਣ ਦੇ ਵਾਸਤੇ। ਪਰ ਖਿਮਾ ਕਰਨਾ, ਬਿਨਾਂ ਭਾਗਾਂ ਤੋਂ ਅਸੀਂ ਗਲੀਆਂ ਬਾਜ਼ਾਰਾਂ ਵਿੱਚ ਹੀ ਤੁਰੇ ਫਿਰ ਕੇ ਚਲੇ ਜਾਂਦੇ ਹਾਂ ਕਿ ਕਿਹੜੀ ਦੁਕਾਨ ਤੋਂ ਕਿੰਨਾ ਸਸਤਾ ਸੌਦਾ ਮਿਲਦਾ, ਕਿੱਥੋਂ ਮਹਿੰਗਾ ਮਿਲਦਾ। ਉਹ ਸਾਨੂੰ ਗੁਰੂ ਇਤਿਹਾਸਾਂ ਦਾ ਭਾਵੇਂ ਕੋਈ ਪਤਾ ਨਾ ਹੋਵੇ ਕਿ ਇਸ ਅਸਥਾਨ ਦਾ ਕੀ ਇਤਿਹਾਸ ਹੈ। ਹੀਰਾ ਘਾਟ ਸਾਹਿਬ ਅਸਥਾਨ, ਉਹਦਾ ਕੀ ਇਤਿਹਾਸ ਹੈ। ਫਿਰ ਸਾਧ ਸੰਗਤ ਜੀ ਬੰਦਾ ਘਾਟ ਸਾਹਿਬ, ਨਗੀਨਾ ਘਾਟ ਸਾਹਿਬ, ਕਿੰਨੇ ਕਿੰਨੇ ਅਸਥਾਨ ਹੈ। ਆਪਨੇ ਦਰਸ਼ਨ ਕੀਤੇ ਹੋਵਣਗੇ। ਉਹਨਾਂ ਅਸਥਾਨਾਂ ਦਾ ਕੀ ਇਤਿਹਾਸ, ਉਹ ਭਾਵੇਂ ਸਾਨੂੰ ਨਾ ਪਤਾ ਹੋਵੇ, ਪਰ ਖਿਮਾ ਕਰਨਾ ਦੁਕਾਨਾਂ ਦੇ ਬਾਜ਼ਾਰਾਂ ਦੇ ਸੌਦਾ ਕਿੰਨਾ ਸਸਤਾ ਤੇ ਮਹਿੰਗਾ ਉਹ ਸਾਨੂੰ ਜ਼ਰੂਰ ਪਤਾ ਹੁੰਦਾ ਹੈ, ਕਿਹੜੀ ਦੁਕਾਨ ਤੋਂ ਸਸਤਾ ਸੌਦਾ ਮਿਲਦਾ ਹੈ। ਪਰ ਮਹਾਰਾਜ ਸਤਿਗੁਰੂ ਜੀ ਕਹਿੰਦੇ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੋ ਇਸ ਲਈ ਪਾਤਸ਼ਾਹ ਜੀ ਕਹਿੰਦੇ ਹਨ ਸੰਤ ਚਰਨ ਉਹ ਆਇਓ ਸਰਨਾ। ਉਹ ਸਤਿਪੁਰਸ਼ਾਂ ਦੀ ਸ਼ਰਨ ਦੇ ਵਿੱਚ ਚੱਲ ਕਰਕੇ ਆਉਂਦਾ ਹੈ, ਕੁਝ ਸੇਧ ਪ੍ਰਾਪਤ ਕਰ ਲੈਂਦਾ ਹੈ। ਪਰਮਾਤਮਾ ਤੁਰੋਂ ਜਿਨ੍ਹਾਂ ਨੂੰ ਇਹ ਦਾਤ ਦੇ ਕਰਕੇ ਨਿਵਾਜਦਾ ਹੈ। ਹਾਥ ਚੜਿਓ ਹਰ ਸਾਲ ਗ੍ਰਾਮ। ਗਰੀਬ ਨਵਾਜ ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਭਲੇ ਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਸਾਲ ਗਿਰਾਮ, ਸਾਲ ਸ੍ਰੇਸ਼ਟ, ਸਾਲ ਵਿਸ਼ੇਸ਼ ਕਰਕੇ ਗ੍ਰਾਮ ਸੰਸਾਰ ਰੂਪੀ ਘਰ ਦੇ ਵਿੱਚ ਵਰਤਣ ਵਾਲਾ ਪਰਮਾਤਮਾ ਉਹਨਾਂ ਨੂੰ ਮਿਲ ਗਿਆ ਹੈ। ਕਹੁ ਨਾਨਕ ਗੁਰ ਕੀਨੋ ਦਾਨਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦਾ ਦਾਨ ਦਿੱਤਾ ਹੈ, ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਦਾਨ ਝੋਲੀ ਵਿੱਚ ਪਾ ਦਿੱਤਾ ਹੈ। ਸਤਿਪੁਰਸ਼ਾਂ ਦੀ ਸੰਗਤ ਦਾ ਸੁਭਾਗ ਜਿਨ੍ਹਾਂ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤਾ ਹੈ, ਪਰਮਾਤਮਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਗਰੀਬ ਨਵਾਜ ਮਹਾਰਾਜ ਸਹਿਮ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਹਾਥ ਚੜਿਓ ਹਰ ਸਾਲ ਗ੍ਰਾਮ। ਕਹੁ ਨਾਨਕ ਗੁਰ ਕੀਨੋ ਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।